ਧੰਨ ਗੁਰੂ ਤੇਗ ਬਹਾਦਰ ਸਾਹਿਬ, ਨੌਵੀਂ ਸਤਿਗੁਰੂ। ਜਦੋਂ ਆਪਾਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ, ਇੱਕ ਚੀਜ਼ ਵਿਲੱਖਣ ਹੈ। ਗੁਰੂ ਤੇਗ ਬਹਾਦਰ ਸਾਹਿਬ ਉਹ ਸ਼ਖਸੀਅਤ ਹੈ ਜਿਹੜੇ ਇੱਕ ਸ਼ਹੀਦ ਦਾਦੇ ਦੇ ਪੋਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਸ਼ਹੀਦ ਪੋਤਿਆਂ ਦੇ ਦਾਦੇ। ਯਾਨੀ ਇਹਦਾ ਕਹਿ ਲਓ, ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦਾ ਜੀ ਵੀ ਸ਼ਹੀਦ ਹੋਏ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਵੀ ਸ਼ਹੀਦ ਹੋਏ। ਇਤਿਹਾਸ ਦੀ ਵੱਖਰੀ ਜਿਹੀ ਚੀਜ਼ ਹੈ। ਦਾਦਾ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠ ਕੇ ਸ਼ਹੀਦ ਲਾਹੌਰ ਦੇ ਸ਼ਹਿਰ ਦੇ ਨੇ, ਤੇ ਸਾਹਿਬਜ਼ਾਦੇ ਪੋਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਸਰਹੰਦ ਸ਼ਹੀਦ ਹੋਏ। ਇਹ ਵੱਖਰੀ ਸ਼ਖਸੀਅਤ ਹੈ। ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਾ ਜੀਵਨ ਹੀ ਇੱਕ ਵਿਲੱਖਣ ਚੀਜ਼ ਹੈ, ਵਿਲੱਖਣ ਇਤਿਹਾਸ ਹੈ। ਤੇ ਜਦੋਂ ਮੈਂ ਪੜ੍ਹ ਰਿਹਾ ਸੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 52 ਕਵੀ ਹੋਏ। 52 ਕਵੀਆਂ ਦੇ ਵਿੱਚੋਂ ਇੱਕ ਕਵੀ ਦਾ ਨਾਂ ਹੈ ਸੈਨਾਪਤੀ। ਸੈਨਾਪਤੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਬਾਰੇ ਇਦਾਂ ਲਿਖਿਆ ਆਪਣੀ ਰਚਨਾ 'ਚ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਉਹਦੇ ਬੋਲ ਨੇ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਹੁਣ ਇੱਕ ਗੱਲ ਧਿਆਨ ਦਿਓ, ਜਿਹੜਾ ਸਾਡੇ ਜੀਵਨ 'ਚ ਇੱਕ ਪਾਇਆ ਜਾਂਦਾ ਨਾ ਵੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਇਹ ਚੀਜ਼ ਰੱਦ ਹੋ ਗਈ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਗੇ, ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ। ਜਿੱਦਾਂ ਕਹਿ ਲਓ, ਇੱਕ ਗਾਜ ਇੱਕ ਕੱਪੜਾ ਮੀਟਰ ਲਾ ਲਓ ਤੇ ਇੱਕ ਪੂਰਾ ਥਾਨ ਦੀ ਪੂਰੀ ਫੈਕਟਰੀ ਹੋ ਗਈ ਕੱਪੜੇ ਦੀ। ਫਰਕ ਤਾਂ ਹੈਗਾ ਨਾ। ਹਿੰਦ ਦੀ ਚਾਦਰ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਵਡਿਆ ਨਹੀਂ ਰਹੇ, ਛੁਟਿਆ ਰਹੇ ਹਾਂ। ਇਹਦਾ ਮਤਲਬ ਇਕੱਲੇ ਹਿੰਦੁਸਤਾਨ ਦੀ, ਹਿੰਦੂਆਂ ਦੀ ਰਾਖੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ, ਇੱਕ ਧਰਮ ਦੇ ਹੀ ਨਹੀਂ। ਇਹ ਵੱਖਰੀ ਗੱਲ ਹੈ ਜੀ, ਉਦੋਂ ਘਟਨਾਕ੍ਰਮ ਇੱਕ ਧਰਮ ਦੇ ਵਿਰੁੱਧ ਚੱਲ ਰਿਹਾ ਸੀਗਾ। ਉਹ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ ਗੁਰੂ ਤੇਗ ਬਹਾਦਰ ਸਾਹਿਬ। ਔਰ ਇਹ ਗਵਾਹੀ 52 ਕਵੀਆਂ ਵਿੱਚੋਂ ਸੈਨਾਪਤੀ ਭਰਦਾ ਵੀ, ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਹਿੰਦ ਦੀ ਚਾਦਰ ਨਹੀਂ, ਉਹ ਸ੍ਰਿਸ਼ਟੀ ਦੀ ਚਾਦਰ ਨਹੀਂ। ਹਿੰਦ ਦੀ ਚਾਦਰ। ਇਸ ਗੱਲ ਨੂੰ ਹੋਰ ਥੋੜਾ ਕਲੀਅਰ ਕਰਾਂ। ਜਿਹਨੇ ਆਲ ਵਰਲਡ ਦੇ ਆਲ ਰਿਲੀਜੀਅਸ ਦਾ ਕੰਪੈਰੀਜ਼ਨ ਕੀਤਾ, ਉਹ ਬੰਦੇ ਦਾ ਨਾਮ ਹੈ ਮਿਸਟਰ ਟਿਆਨਵੀ, ਅੰਗਰੇਜ਼। ਉਹਨੇ ਦੁਨੀਆ ਦੇ ਸਾਰੇ ਧਰਮਾਂ ਨੂੰ ਪੜ੍ਹਿਆ ਹੀ ਨਹੀਂ। ਜਿੱਥੇ ਜਿੱਥੇ ਧਰਮ ਪੈਦਾ ਹੋਇਆ, ਜਿਸ ਖਿੱਤੇ ਵਿੱਚ ਪੈਦਾ ਹੋਇਆ, ਉੱਥੇ ਜਾ ਕੇ ਮਿਲ ਕੇ ਆਇਆ ਸਾਰੇ ਦੁਨੀਆ ਦੇ ਧਰਮ। ਤੇ ਜਦੋਂ ਉਹ ਮਿਸਟਰ ਟਿਆਨਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦਾ ਨਾ, ਲਿਖਦਾ, ਕਹਿੰਦਾ ਸਤਿਗੁਰੂ ਤੇਰੇ ਤੋਂ ਬਲਿਹਾਰ ਜਾਵਾਂ, ਕਮਾਲ ਦੀ ਸ਼ਖਸੀਅਤ ਹੈ ਵੀ ਨਾ ਜ਼ਿੰਦਗੀ 'ਚ ਤੂੰ ਕਦੇ ਤਿਲਕ ਲਾਇਆ, ਨਾ ਬੋਦੀ ਰੱਖੀ, ਨਾ ਜੰਜੂ ਪਾਇਆ, ਨਾ ਕਦੇ ਧੋਤੀ ਲਾਈ, ਕਦੇ ਵੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰਾ ਜੀਵਨ ਪੜ੍ਹ, ਕਿਉਂ ਦੀ ਖਾਤਰ ਕੁਰਬਾਨੀ। ਔਰ ਉਹਨੇ ਨਾਲ 2 ਉਦਾਹਰਨਾਂ ਦਿੱਤੀਆਂ ਵਿਲੱਖਣ ਦੀਆਂ। ਕਹਿਣ ਲੱਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਮੈਂ ਤੇ ਇਹ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਜਦੋਂ ਹਰਿਦੁਆਰ ਜਾਂਦੇ ਨੇ, ਉੱਥੇ ਘਟਨਾਕ੍ਰਮ ਹੁੰਦਾ, ਪੰਡਤ ਇਕੱਠੇ ਹੁੰਦੇ ਨੇ, ਤੇ ਜਦੋਂ ਸਤਿਗੁਰੂ ਉਹਨਾਂ ਨੂੰ ਇਹ ਬਚਨ ਸੁਣਾਉਂਦੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, 7 ਵੱਟ ਇਹ ਜਨੇਊ ਜੀ ਕਹਾਈ ਤਾਂ ਪਾਂਡੇ ਘੱਤ। ਇਹ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੁਣ ਕੇ ਹਰਿਦੁਆਰ ਅੰਦਰ ਕਿੰਨੇ ਪੰਡਤਾਂ ਨੇ ਜਨੇਊ ਲਾਤੇ ਸੀ ਵੀ ਅਸੀਂ ਤੇ ਗੁਰੂ ਨਾਨਕ ਦੇ ਸਿੱਖ। ਇਹ ਫੋਕੀ ਚੀਜ਼ ਅਸੀਂ ਛੱਡ ਦਿੱਤੀ। ਉਹ ਮਿਸਟਰ ਟਿਆਨਵੀ ਨੇ ਲਿਖਿਆ। ਦੂਜੀ ਵਾਰ ਉਹ ਕਹਿਣ ਲੱਗਾ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਦੋਂ ਮੈਂ ਇਤਿਹਾਸ ਪੜ੍ਹਦਾ ਤੇ ਮੇਰੇ ਸਾਹਮਣੇ ਇਹ ਘਟਨਾ ਆਉਂਦੀ, ਜਿਹੜਾ ਪੰਡਤ ਲਾਲ ਚੰਦ ਪੰਜੋਖਰਾ ਸਾਹਿਬ ਦੀ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਚੈਲੰਜ ਕਰਦਾ, ਗੀਤਾ ਦੇ ਅਰਥ ਸੁਣਦੇ,
ਉਹ ਹੀ ਪੰਡਤ ਲਾਲ ਚੰਦ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣ ਕੇ, ਔਰ ਲਿਖਿਆ ਇਤਿਹਾਸ ਅੰਦਰ, ਸੁਣ ਦਿਜ ਨੇ, ਦਿਜ ਦਾ ਮਤਲਬ ਹੁੰਦਾ ਪੰਡਤ, ਸੁਣ ਦਿਜ ਨੇ ਗਰ ਸੂਤ ਉਤਾਰਾ, ਗਲ ਚੋਂ ਸੂਤ ਲਾ ਕੇ ਪਾਸੇ ਰੱਖਤਾ, ਮੈਨੂੰ ਨਹੀਂ ਇਹਦੀ ਲੋੜ, ਉਹ ਕਹਿੰਦੇ ਆਪਾਂ ਤਾਂ ਗੁਰੂ ਦੇ ਸਿੱਖ ਹੋ ਗਏ। ਔਰ ਇਹ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਸੀ ਵੀ ਆ ਹੁਣ ਹਫ਼ਤਾ 10 ਦਿਨ ਪਹਿਲਾਂ ਮੈਂ ਪੌਂਟਾ ਸਾਹਿਬ ਹੋ ਕੇ ਆਇਆ, ਪੰਗਾੜੀ ਦਾ ਗੁਰਦੁਆਰਾ ਸਾਹਿਬ ਦੇਖਣ ਜਾਣਾ ਸੀ। ਉੱਥੇ ਜਦੋਂ ਮੈਨੂੰ ਆਦਤ ਹੈ, ਮੈਂ ਨਾਲ ਵੀ ਮੇਰੇ ਜਾਵੇ ਉਹਨੂੰ ਮੈਂ ਕਹਿੰਦਾ ਹੁੰਦਾ ਮੱਥਾ ਟੇਕਣ ਤੱਕ ਅਸੀਂ ਮਤਾਂ ਨਾ ਰਹਿ ਜੋ ਗੁਰਦੁਆਰੇ ਆਏ ਪੜ੍ਹੋ ਇੱਥੇ ਕੀ ਹੋਇਆ, ਜਾਣਕਾਰੀ ਲੈਣ ਆਏ ਆ। ਮੱਥਾ ਟੇਕਣ ਨੂੰ ਤਾਂ ਆਪਣੇ ਗੁਰਦੁਆਰਾ ਸਾਹਿਬ ਨੇੜੇ ਆ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਝੁਕਾਉਣਾ, ਉੱਥੇ ਝੁਕਾਈ ਕੰਮ ਨਹੀਂ ਹੋਏ। ਇੱਥੇ ਤੇ ਅਸੀਂ ਸਿੱਖਣਾ ਹੈ, ਕੁਛ ਵੱਖਰੀ ਜਾਣਕਾਰੀ ਲੈਣਾ। ਔਰ ਜਿਹੜਾ ਉੱਥੇ ਲਾਲ ਚੰਦ ਲੜਦਾ, ਭੰਗਾਣੀ ਦੀ ਯੁੱਧ ਦੇ ਅੰਦਰ ਲੜਦਾ, ਉਹ ਇਹੋ ਪੰਡਤ ਲਾਲ ਚੰਦ ਆ ਜਿਹੜਾ ਬਾਅਦ ਚ ਲਾਲ ਸਿੰਘ ਬਣਦਾ। ਮੈਂ ਪਹਿਲੀ ਵਾਰੀ ਇੱਥੇ ਜਦੋਂ ਇਸ ਘਟਨਾਕ੍ਰਮ ਨੂੰ ਵਾਚਿਆ ਮੈਂ ਹੈਰਾਨ ਸੀ। ਅੱਗੇ ਹੋਰ ਘਟਨਾਵਾਂ ਹੋਈਆਂ ਹੈਗੀਆਂ ਮੁਖੀ। ਹੁਣ ਮਿਸਟਰ ਟਿਆਨਵੀ ਕਹਿਣ ਡਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ, ਮੈਂ ਤੇਰੇ ਤੋਂ ਬਲਿਹਾਰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੁਣ ਕੇ ਸੈਂਕੜੇ ਪੰਡਤ ਲੰਘ ਗਏ ਨੇ ਜਨੇਊ। ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਉਪਦੇਸ਼ ਸੁਣ ਕੇ ਲਾਲ ਚੰਦ ਵਰਗਾ ਸਿੱਖ ਬਣ ਜਾਂਦਾ ਜਨੇਊ ਲਾਹ ਲੈਂਦਾ ਗੱਲ ਤੋਂ। ਤੁਹਾਡਾ ਜਨੇਊ ਨਾਲ, ਬੋਦੀ ਨਾਲ, ਧੋਤੀ ਨਾਲ, ਤਿਲਕ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ। ਤੁਹਾਡੇ ਤੋਂ ਪਹਿਲਾਂ 8 ਪਾਤਸ਼ਾਹ ਕਿਸੇ ਇੱਕ ਦਾ ਵੀ ਧੋਤੀ ਜਨੇਊ ਨਾਲ ਕੋਈ ਵਾਹ ਵਾਸਤਾ ਨਹੀਂ। ਮਸਲਾ ਤੇ ਇੰਨਾ ਕੁ ਸਮਝਣ ਵਾਲਾ ਹੈ, ਜੇ ਉਸ ਵਕਤ ਹਿੰਦੂ ਮੁਸਲਮਾਨਾਂ ਤੇ ਜ਼ੁਲਮ ਕਰਦੇ ਤੇ ਸਤਿਗੁਰੂ ਤੁਸੀਂ ਉਹਨਾਂ ਦੇ ਪੱਖ 'ਚ ਖੜਨਾ ਸੀ। ਤੁਸੀਂ ਜ਼ੁਲਮ ਦੇ ਖਿਲਾਫ ਲੜਦੇ ਹੋ। ਇਹ ਨਹੀਂ ਵੇਖਦੇ ਵੀ ਮੋਰਲਾ ਕਿਹੜਾ ਮਜ਼ਹਬ ਹੈ, ਕਿਹੜਾ ਧਰਮ ਹੈ। ਹਾਂ, ਇਹ ਹਕੀਕਤ ਇਤਿਹਾਸਕ ਪੱਖ ਹੈ ਕਿ ਉਸ ਵਕਤ ਔਰੰਗਜ਼ੇਬ ਵਰਗੇ ਉਹ ਹਿੰਦੂਆਂ ਤੇ ਜ਼ੁਲਮ ਕਰ ਰਹੇ ਸੀ ਤੇ ਤੁਸੀਂ ਸਤਿਗੁਰੂ ਉਹਨਾਂ ਦੀ ਬਾਂਹ ਫੜ ਲਈ, ਉਹਨਾਂ ਦੀ ਬਾਂਹ ਫੜ ਲਈ। ਗੁਰੂ ਤੇਗ ਬਹਾਦਰ ਧਰਮ ਦੀ ਚਾਤਰ, ਉਹਨਾਂ ਦੀ ਸ਼ਖਸੀਅਤ ਨੂੰ ਆਪਾਂ ਬਚਾਉਣਾ। ਪੰਡਿਤ ਤੁਲਸੀਦਾਸ ਹੋਇਆ ਨਾ, ਤੇ ਤੁਲਸੀਦਾਸ ਨੇ ਇੱਕ ਦੋਹਰਾ ਲਿਖਿਆ ਆ, ਦੋਹਾ ਕਹਿ ਦਿੰਦੇ ਉਹ, ਜੋ ਲੈਣਾ ਨੂੰ ਦੋਹਾ ਕਹਿੰਦੇ ਨੇ, ਆਪਾਂ ਦੋਹਰਾ ਕਹਿੰਦੇ ਪੰਜਾਬੀ 'ਚ। ਬੜਾ ਪ੍ਰਚਲਿਤ ਹੈ, ਤੁਹਾਡੀ ਆਮ ਬੋਲਦੇ ਹੁੰਦੇ, ਜਨਨੀ ਜਣੈ ਤਾਂ ਭਗਤ ਜਾਣ ਕਹਿ ਦਾਤਾ, ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਤੁਲਸੀਦਾਸ ਨੇ ਬੜੀ ਵੱਡੀ ਛਾਲ ਮਾਰੀ। ਮਾਂ ਨੂੰ ਕਹਿਣ ਲੱਗਾ ਵੀ ਤੇਰੇ ਪੁੱਤ 'ਚ ਇੱਕ ਕੁਆਲਿਟੀ ਤਾਂ ਹੋਣੀ ਚਾਹੀਦੀ ਆ ਤਿੰਨਾਂ ਵਿੱਚੋਂ। ਹੁਣ ਤਾਂ ਤਿੰਨੇ ਚੰਗੀ ਗੱਲ ਆ, ਪਰ ਇੱਕ ਜ਼ਰੂਰ ਹੋਣੀ ਚਾਹੀਦੀ। ਮਾਈ ਪੁੱਤ ਜੰਮਣਾ, ਉਹਦੇ 'ਚ ਆਹ ਗੁਣ ਜ਼ਰੂਰ ਹੋਵੇ, ਭਗਤ ਜ਼ਰੂਰ ਹੋਵੇ। ਭਗਤ ਨਹੀਂ, ਦਾਨੀ ਜ਼ਰੂਰ ਹੋਵੇ, ਦੂਜਿਆਂ ਨੂੰ ਵੰਡ ਸਕੇ। ਦਾਨੀ ਨਹੀਂ ਤੇ ਸੂਰਮਾ ਜ਼ਰੂਰ ਹੋਵੇ, ਆਪਣੀ ਤੇ ਦੂਜਿਆਂ ਦੀ ਇੱਜ਼ਤ ਪੱਤ ਦਾ ਰਾਖਾ ਹੋਵੇ। ਤਿੰਨ ਚੀਜ਼ਾਂ ਜਿਹੜੀਆਂ, ਭਗਤ, ਦਾਤਾ ਤੇ ਸੂਰਮਾ। ਹੁਣ ਆਪਣੇ ਵੱਲੋਂ ਤਾਂ ਤੁਲਸੀਦਾਸ ਨੇ ਬੜਾ ਵੱਡਾ ਮਾਰਕਾ ਵੀ ਪਤਾ ਨਹੀਂ ਮੈਂ ਕਿੱਡੀ ਗੱਲ ਲਿਖੀ, ਪਰ ਸਤਿਗੁਰੂ ਦੇ ਅੱਗੇ ਜਦੋਂ ਇਹ ਕਸਵੱਟੀ ਲਾਉਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਅੱਗੇ, ਇਹ ਫਿੱਕੀ ਬਕਬਕੀ ਲੱਗਦੀ, ਬੇਸਵਾਦੀ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਰਗਾ ਭਗਤ ਕਿਹੜਾ ਦੁਨੀਆ 'ਚ ਮਿਲ ਜਾਏ। ਸਤਿਗੁਰੂ ਤੇ ਦੁਨੀਆ ਦੇ ਅੰਦਰ ਵਿਚਰ ਕੇ ਲੋਕਾਂ ਨੂੰ ਇਹ ਸਮਝਾਉਂਦੇ ਨੇ, ਦੁਨੀਆ ਦੇ ਲੋਕੋ ਕੁਝ ਵੀ ਤੁਹਾਡਾ ਆਪਣਾ ਨਹੀਂਗਾ, ਕੋਈ ਧੀ ਪੁੱਤ, ਕੋਈ ਜ਼ਮੀਨ ਜਾਇਦਾਦ, ਹੋਰ ਛੱਡੋ ਆ ਸਰੀਰ ਵੀ ਤੁਹਾਡਾ ਆਪਣਾ ਨਹੀਂਗਾ। ਜੇ ਕੋਈ ਨਿੱਜ ਦਾ ਹੈ, ਆਪਣਾ ਹੈ, ਤੇ ਉਹ ਰੱਬ ਦੀ ਭਗਤੀ ਆ, ਹੋਰ ਕੱਖ ਨਹੀਂ। ਉਹ ਤੁਹਾਡੇ ਨਾਲ ਜਾਣੀ ਰੱਬ ਦੀ ਭਗਤੀ। ਇਹ ਸਾਡਾ ਦੁਖਾਂਤ ਹੈ। ਮੈਨੂੰ ਖਿਮਾ ਕਰਿਓ, ਕੋਈ ਬੈਠਾ ਹੋਵੇ ਤਾਂ ਗੁੱਸਾ ਵੀ ਨਾ ਕਰਨਗੇ, ਪਰ ਸੱਚ ਆ, ਤੁਸੀਂ ਦੇਖਿਓ ਇਸ ਚੀਜ਼ ਨੂੰ, ਕਿਉਂਕਿ ਮੈਂ ਦੁਨੀਆ 'ਚ ਵਿਚਰ ਕੇ ਦੇਖਿਆ। ਪਿੰਡਾਂ 'ਚ ਨਹੀਂ ਸੀ, ਸ਼ਹਿਰਾਂ ਵਿੱਚ ਇਹ ਚੀਜ਼ਾਂ ਦਿਖਾਵੇ ਬਹੁਤ ਨੇ। ਹੁਣ ਉਹ ਪਿੰਡਾਂ ਵਾਲੇ ਵੀ ਜਾਂਦੇ ਨੇ, ਦੇਖੇ ਉਹਦਾ ਕਰ ਲੱਗਦਾ। ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਰਖਾਉਣਾ ਤੇ 3 ਦਿਨ ਭਾਵੇਂ ਨਾ ਹੀ ਵੜਨ, ਜੇ ਵੜ ਗਏ ਤਾਂ ਲੰਗਰ 'ਚ ਰਹਿਣਗੇ, ਗੁਰਦੁਆਰੇ ਭਾਈ ਸਾਹਿਬ ਪਾਠ ਕਰ ਰਹੇ, ਕੋਈ ਮਤਲਬ ਨਹੀਂ। ਹਾਂ, ਅਡੰਬਰ ਕੀ ਕਰਦੇ ਨੇ, ਜਦੋਂ ਸੰਗਤ ਬਹੁਤੀ ਇਕੱਠੀ ਹੋ ਗਈ ਨਾ, ਜਿਹਨੇ ਅਖੰਡ ਪਾਠ ਲੈ ਕੇ ਆਰੰਭ ਕਰਾਇਆ,
ਉਹ ਭੋਗ ਦੇ ਸਲੋਕਾਂ ਤੇ ਭਾਈ ਦੇ ਸਿਰ ਤੇ ਆਣ ਕੇ ਚੌਰ ਜ਼ਰੂਰ ਕਰੇਗਾ। ਚੌਰ ਦਾ ਮਕਸਦ ਇਹ ਨਹੀਂ ਮੈਂ ਸੇਵਾ ਕਰ ਰਿਹਾ, ਮਕਸਦ ਇਹ ਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਐਵੇਂ ਖੰਡ ਪਾਠ ਕਰਾਇਆ। ਅੱਛਾ 3 ਦਿਨ ਤਾਂ ਨਹੀਂ ਸੁਣਿਆ ਯਾਰ, ਉਦਣ ਹੀ ਸੁਣ ਲਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸ਼ਾਇਦ ਤੇਰਾ ਜੀਵਨ ਬਦਲ ਜਾਏ। ਭੋਗ ਦੇ ਸਲੋਕ ਆਪਾਂ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਆ ਨਾ, ਤੇ ਜੇ ਕਿਤੇ ਉਦਣ ਵੀ ਤੇਰੇ ਸਾਹਮਣੇ ਪਾਠ ਤੂੰ ਲਾ ਚੌਰ ਕਰਦਾ, ਅੱਖਾਂ 'ਚ ਇੱਕ ਅੱਧਾ ਸਲੋਕ ਪੈ ਜਾਂਦਾ, ਕੰਨਾਂ 'ਚ ਪੈ ਜਾਂਦਾ, ਸ਼ਾਇਦ ਤੇਰਾ ਭਲਾ ਹੋ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਭੋਗ ਦੇ ਸਲੋਕਾਂ ਰਾਹੀਂ ਇਹ ਗੱਲ ਸਮਝਾਈ ਸੀ ਵੀ ਹੋਰ ਕੱਖ ਵੀ ਤੇਰਾ ਨਹੀਂ ਗਾ, ਰੱਬ ਦੀ ਭਗਤੀ ਤੇਰੇ ਨਾਲ ਜਾਣੀ ਕਰ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ। ਪਰਸਨਲ ਤੌਰ ਤੇ ਮੈਂ ਦੁਨੀਆ 'ਚ ਵਿਚਰ ਕੇ ਦੇਖਿਆ, ਚੰਗੀ ਤਰ੍ਹਾਂ ਨੇੜੇ ਹੋ ਦੇਖਿਆ, ਪੁੱਛ ਕੇ ਵੇਖਿਆ ਦੁਨੀਆ ਨੂੰ ਵੀ ਕੋਈ ਕਿਸੇ ਦਾ ਹੈ। ਹਿੰਦੂ ਵੀ ਤਾਂ ਕੀਲੇ ਤੋੜ ਦਿੰਦੇ ਆਖਰ ਵੇਲੇ ਵੇਲੇ, ਮਿੱਤਰਾ ਇੱਥੇ ਸਿਵਿਆਂ ਤੱਕ ਤੇਰਾ ਨਾਤਾ ਹੀ, ਅੱਗੇ ਤੂੰ ਸੋਚ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਏ, ਨਾਨਕ ਫਿਰ ਹਰ ਭਗਤ ਹੈ। ਉਚਾਰਨ ਭਗਤ ਹੈ, ਪਰ ਇਹਦਾ ਪਤੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹਦਾ ਅਰਥ ਹੈ ਭਗਤੀ। ਮੈਂ ਉਹ ਚੱਕਰ 'ਚ ਨਹੀਂ ਪੈ ਰਿਹਾ, ਗ੍ਰਾਮਰ ਵਿਆਕਰਨ ਨੂੰ ਤੁਹਾਨੂੰ ਸਮਝਾਉਣ ਲੱਗ ਪਾ, ਉਹ ਤਾਂ ਹੋਰ ਹੀ ਕਿਸ ਪਾਸੇ ਗੱਲ ਚੱਲਦੀ। ਛੋਟੀ ਰੂਪ 'ਚ ਬੇਨਤੀ ਕਰ ਰਿਹਾ, ਅਰਥ ਹੈ ਭਗਤੀ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ, ਨਾਨਕ ਫਿਰ ਹਰ ਭਗਤ ਹੈ ਤੇ ਰੱਖੋ ਮਨ ਮਾਹੀ। ਰੱਬ ਦੀ ਭਗਤੀ ਮਨ 'ਚ ਰੱਖਣਾ। ਫਿਰ ਕਹਿੰਦੇ ਨੇ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੀ ਮਨ। ਇੱਕ ਰੱਬ ਦੀ ਭਗਤੀ ਨਹੀਂ ਜਿਸ ਬੰਦੇ ਦੇ ਮਨ ਵਿੱਚ। ਤੇ ਸਤਿਗੁਰੂ ਨੇ ਤੁਲਨਾ ਪਤਾ ਕਾਹਦੇ ਨਾਲ ਕੀਤੀ ਹੈ? ਕਹਿਣ ਲੱਗੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀਂ ਤਨ। ਉਹ ਬੰਦਾ ਨਹੀਂਗਾ, ਮੇਰੀ ਨਿਗਾਹ ਦੇ ਅੰਦਰ ਸੂਕਰ ਸੂਰ ਹੈ, ਗੰਦ ਖਾਣ ਵਾਲਾ, ਨਾਲੀਆਂ 'ਚ ਮੂੰਹ ਮਾਰਨ ਵਾਲਾ, ਉਹ ਸੂਰ ਹੈ। ਸਵਾਨ ਉਹ ਕੁੱਤਾ ਹੈ, ਥਾਂ ਥਾਂ ਤੇ ਸੁੱਖਾਂ ਦੀ ਖਾਤਰ ਭਟਕਣ ਵਾਲਾ। ਇਹਦੇ ਪਰੇ ਕੱਖ ਨਹੀਂ, ਦੇਖਣ ਨੂੰ ਬੰਦਾ ਲੱਗਦਾ ਜਿਹਦੇ ਅੰਦਰ ਭਗਤੀ ਨਹੀਂ। ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੀ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀਂ ਤਨ। ਗੁਰੂ ਤੇਗ ਬਹਾਦਰ ਸਾਹਿਬ ਭਗਤੀ ਦ੍ਰਿੜ ਕਰਾਉਣਗੇ, ਖੁਦ ਕਰਦੇ ਨੇ, ਸਾਨੂੰ ਦ੍ਰਿੜ ਕਰਾਉਣਗੇ। ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਮੈਂ ਚੁੱਕੈ। ਸਹਿਸਾ ਮਤਲਬ ਅੰਦਰਲਾ ਡਰ ਜਿਆ, ਤੌਖਲਾ ਜਿਹਾ ਇੱਕ ਡਰ ਬਣਿਆ ਹੋਇਆ ਨਾ, ਕਿੱਦਾਂ ਨਹੀਂ ਚੁੱਕਣਾ। ਕਹਿ ਗੁਰ ਇਹ ਭੇਦ ਬਤਾਵੇ। ਗੁਰੂ ਨੇ ਆਹ ਗੱਲ ਸਮਝਾਉਣੀ ਹੈ, ਰੱਬ ਦੀ ਭਗਤੀ ਬਿਨਾ ਤਾਂ ਡਰੀ ਜਾਣਾ, ਡਰੀ ਜਾਣਾ। ਜਿਹੜਾ ਬੰਦਾ ਬੰਦਗੀ ਕਰਨ ਲੱਗ ਪਿਆ ਉਹਦੇ ਡਰ ਚੁੱਕ ਗਿਆ, ਡਰ ਮੁੱਕ ਗਿਆ। ਉਹਨੂੰ ਡਰ ਨਹੀਂ ਕਿ ਵੀ ਅੱਜ ਸੰਗਰਾਮ ਦਾ ਜੀ, ਅੱਜ ਗੁਰਦੁਆਰੇ ਮੱਥਾ ਟੇਕ, ਅੱਜ ਵੀਰਵਾਰ ਆ ਜੀ, ਅੱਜ ਮੰਗਲਵਾਰ ਹੈ, ਅੱਜ ਪੀਰਾਂ ਦਾ ਦਿਨ ਆ, ਦੇਵੀ ਦੇਵਤਿਆਂ ਦਾ ਦਿਨ ਹੈ, ਰਸਤਾ ਕੱਟਦੇ ਲੰਘਦੇ ਬਿੱਲੀ ਰਾਹ ਕੱਟ ਗਈ, ਛਿੱਕ ਵੱਜ ਗਈ, ਕੋਈ ਡਰ ਨਹੀਂ। ਨਿੱਕੀ ਨਿੱਕੀ ਡਰ। ਮਕਾਨ ਬਣਾਇਆ ਵਾ, ਜੁੱਤੀ ਟੰਗ ਦਿਓ ਜੀ, ਜਾਂ ਗੱਡੀ ਲਈ ਆ ਛੱਤਰ ਟੰਗ ਦਿਓ, ਕਿਤੇ ਨਜ਼ਰ ਨਾ ਲੱਗ ਜਾਏ। ਕਾਕੇ ਦੇ ਟਿੱਕਾ ਲਾ ਦਿਓ ਕੰਨ ਦੇ ਪਿੱਛੇ ਕਾਲਾ, ਵੀ ਕਾਕੇ ਨੂੰ ਕਿਤੇ ਨਜ਼ਰ ਨਾ ਲੱਗ। ਉਹਨੂੰ ਤਾਂ ਮੌਤ ਦਾ ਡਰ ਨਹੀਂ ਜੇ ਰਹਿੰਦਾ। ਅੱਗੇ ਚੱਲ ਕੇ ਆਪਾਂ ਵਿਚਾਰਨਾ, ਉਹ ਨਿੱਕੇ ਨਿੱਕੇ ਡਰਾਂ ਤੋਂ ਤਾਂ ਕੀ, ਉਹ ਤਾਂ ਸਭ ਤੋਂ ਵੱਡਾ ਜਿਹੜਾ ਡਰ ਮੌਤ ਦਾ, ਉਹਦੇ ਤੋਂ ਵੀ ਉੱਪਰ ਉੱਠ ਜਾਂਦਾ। ਇਹ ਡਰ ਕਿਉਂ ਹੈ? ਕਿਉਂਕਿ ਤੇਰੇ ਅੰਦਰ ਭਗਤੀ ਨਹੀਂ, ਰੱਬ ਨਾਲ ਜੁੜਦਾ ਨਹੀਂ। ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਮੈਂ ਚੁੱਕੈ। ਦੱਸਿਆ ਕਿ ਨੇ ਗੁਰ ਇਹ ਭੇਦ ਬਤਾਵੇ, ਰੱਬ ਦੀ ਭਗਤੀ ਤੋਂ ਬਿਨਾ ਕਹਾਂ ਭਇਓ ਤੀਰਥ ਬ੍ਰਤ ਕੀਏ, ਰਾਮ ਸ਼ਰਨ ਨਹੀਂ ਆਵੇ। ਜੋਗ ਜਗ ਨੇਫਲ ਤੇ ਮਾਨੋ, ਜੋ ਪ੍ਰਭ ਜਸ ਬਿਸਰਾਵੇ। ਰੱਬ ਦੀ ਭਗਤੀ ਤੋਂ ਬਿਨਾ ਜਿੰਨੇ ਮਰਜੀ ਤੀਰਥ ਯਾਤਰਾਵਾਂ ਕਰ ਲਈ, ਜਿੰਨੇ ਮਰਜੀ ਵਰਤ ਰੱਖ ਲਈ, ਰੱਬ ਦੀ ਭਗਤੀ ਤੋਂ ਬਿਨਾ ਜਿੱਡਾ ਮਰਜੀ ਵੱਡਾ ਜੋਗੀ ਬਣ ਜੀ, ਜਗ ਹਮਨ ਕਰ ਲਈ, ਸਭ ਵਿਅਰਥ ਹੈ। ਜੋਗ ਜਗ ਨੇਫਲ ਤੇ ਮਾਨੋ, ਉਹਦਾ ਵਿਅਰਥ ਹੈ ਕਿ ਇਹਦਾ ਜੋ ਪ੍ਰਭ ਜਸ ਬਿਸਰਾਵੇ। ਰੱਬ ਦੀ ਭਗਤੀ ਉੱਤਮ ਹੈ, ਉੱਤਮ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਵਾਰੀ ਸਵਾਲ ਹੋਇਆ ਸੱਚੇ ਪਾਤਸ਼ਾਹ ਵੀ ਅਸੀਂ ਦੇਖਿਆ ਜਿਹੜੇ ਰੱਬ ਦੀ ਭਗਤੀ ਕਰਦੇ ਆ ਉਹਨਾਂ ਨੂੰ ਦੁੱਖ ਬੜੇ ਆਉਂਦੇ ਆ, ਤੇ ਸਾਨੂੰ ਤਾਂ ਇੱਦਾਂ ਦੱਸਿਆ ਜਾਂਦਾ ਵੀ ਆਹ ਕਰੋ ਏਦਾਂ ਸੁੱਖ ਮਿਲੇਗਾ। ਪਿਛਲੀ ਵਾਰੀ ਵੀ ਗੱਲ ਚੱਲੀ ਸੀ, ਮੈਂ ਪਿਛਲੀ ਵਾਰੀ ਵੀ ਮਿਹਨਤ ਕੀਤੀ ਸੀ ਹੱਥ ਜੋੜ ਕੇ ਵੀ ਇਹ ਨਾ ਸਮਝ ਲਿਓ ਮੈਂ ਸੁਖਮਨੀ ਸਾਹਿਬ ਪੜ੍ਹਨ ਤੋਂ ਮਨਾ ਕਰਦਾ, ਕਿਉਂਕਿ ਮੇਰੀ ਔਕਾਤ ਨਹੀਂ। ਸੁਖਮਨੀ ਸਾਹਿਬ ਕੱਲੀ ਬਾਣੀ ਛੋੜੋ, ਮੇਰਾ ਤਾਂ ਗੁਰੂ ਆ, ਵਾਹ ਵਾਹ ਬਾਣੀ
ਉਹ ਤਾਂ ਰੱਬ ਆ, ਮੈਂ ਉਹਦੇ ਤੇ ਕੋਈ ਨਹੀਂ ਕਿੰਤੂ ਕਰ ਸਕਦਾ, ਨਾ ਮੇਰੀ ਪਾਇਆ ਸਮਰਥ। ਤਰੀਕੇ ਦੇ ਕਰ ਰਿਹਾ ਸਾਡਾ ਤਰੀਕਾ ਗਲਤ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਸੱਜਣਾ ਤੂੰ ਪੁਰਾਣੇ ਪੈ ਰਿਹਾ, ਤੂੰ ਗਲਤ ਪਾਸੇ ਨੂੰ ਜਾ ਰਿਹਾ। ਤੇ ਸਵਾਲ ਕਰਦੇ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਪੜ੍ਹਿਆ, ਅਸੀਂ ਸੁਣਿਆ, ਦੇਖਿਆ ਵੀ ਰੱਬ ਦੇ ਭਗਤਾਂ ਨੂੰ ਦੁੱਖ ਬੜੇ ਆਉਂਦੇ ਆ, ਵੀ ਕਿਉਂ? ਤੇ ਸਤਿਗੁਰੂ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਪਿਆਰਿਓ, ਰੱਬ ਆਪਣੇ ਭਗਤਾਂ ਨੂੰ ਦੁੱਖ ਤਾਂ ਦਿੰਦਾ ਉਹਨਾਂ ਨੂੰ ਦੁਨੀਆ ਦੀ ਅਸਲੀਅਤ ਸਮਝ ਆ ਜਾਏ ਵੀ ਦੁਨੀਆ ਖੜੀ ਕਿੱਥੇ ਆ। ਜੇ ਦੁੱਖ ਨਾ ਆਵੇ, ਬੰਦਾ ਸੱਚ ਹੈ, ਪਤੀ ਪਤਨੀ ਨੂੰ ਵੀ ਇੱਕ ਦੂਜੇ ਨੂੰ ਸਮਝ ਨਾ ਸਕੀਏ, ਪੁੱਤ ਧੀ ਨੂੰ ਨਾ ਜੇ ਸਮਝ ਸਕੀਏ, ਭਰਾ ਭੈਣ ਨੂੰ, ਇੱਕ ਦੂਜੇ ਨੂੰ, ਮਾਂ ਪੁੱਤ ਨੂੰ ਨਾ ਸਮਝ ਸਕੀਏ, ਦੁੱਖਾਂ ਦੇ ਕਾਰਨ ਸਾਨੂੰ ਦੁਨੀਆ ਦੀ ਸਪਸ਼ਟਤਾ ਹੁੰਦੀ ਹੈ ਕਿ ਦੁਨੀਆ ਕਿੱਥੇ ਕਿ ਖੜੀ ਆ, ਕਿੱਥੇ ਕਿ ਖੜੀ ਆ। ਸੈਯਦ ਮੂਸਾ ਹੋਇਆ ਰੋਪੜ ਦਾ, ਰੋਪੜੀਆ ਕਹਿੰਦੇ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸਤਿਗੁਰੂ ਵੀ ਆਹ ਆਨੰਦਪੁਰ 'ਚ ਤੁਸੀਂ ਐਡੇ ਐਡੇ ਮਕਾਨ ਬਣਾ ਲਏ, ਵੀ ਰੱਬ ਦੇ ਭਗਤਾਂ ਨੂੰ ਏਡੇ ਏਡੇ ਮਕਾਨ ਬਣਾਉਣ ਦੀ ਕੀ ਲੋੜ, ਜਦ ਪਤਾ ਵੀ ਛੱਡ ਕੇ ਤੁਰ ਜਾਣਾ। ਇੱਕ ਏਡੇ ਮਹਿਲ ਮਾੜੀਆਂ ਬਣਾਉਣ ਦਾ ਕੋਈ ਫਾਇਦਾ ਹੈ ਵੀ ਛੱਡ ਹੀ ਜਾਣਾ। ਮੈਂ ਇੱਕ ਵਿਸ਼ਾ ਇਹ ਕਲੀਅਰ ਕਰ ਰਿਹਾ, ਭਗਤੀ ਵਾਲਾ, ਭਗਤਾਂ ਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ, ਸੈਯਦ ਮੂਸਾ ਜੀ ਇਹ ਮਹਿਲ ਮਾੜੀਆਂ ਪਤਾ ਭਾਈ ਕਿਉਂ ਬਣਾਈਆਂ ਗਈਆਂ? ਸਾਹਿਬ ਕਹਿਣ ਲੱਗੇ, ਮੂਸਾ ਕਦੇ ਨਿਆਣਿਆਂ ਨੂੰ ਘਰ ਘਰ ਖੇਡਦੇ ਦੇਖਿਆ? ਹੁਣ ਨਹੀਂ ਸਮਝ ਲੱਗਣੀ ਬੱਚਿਆਂ ਨੂੰ, ਆਪਾਂ ਨੂੰ ਪਤਾ ਜਿੰਨੇ ਕੁ ਆਪਾਂ ਵੱਡੇ ਬੈਠੇ ਮਿੱਟੀ ਦੇ ਵਿੱਚ ਪੈਰ ਫਸਾ ਕੇ ਉੱਤੋਂ ਥੱਪ ਕੇ ਨਾ, ਤੇ ਆਲੇ ਦੁਆਲੇ ਬਾਉਂਡਰੀ ਜੀ ਬਣਾ ਕੇ ਵੀ ਕਹਿਣਾ ਆਹ ਮੇਰਾ ਘਰ ਆ, ਜਾਂ ਚਾਰ ਇੱਟਾਂ ਰੱਖ ਕੇ ਜਾਂ ਹੋਰ ਤਰ੍ਹਾਂ ਕਾਹਨੇ ਨਾਲ ਬਣਾ ਕੇ। ਉਹ ਨਿੱਕੇ ਹੁਣ ਤਾਂ ਉਹ ਖੇਡਾਂ ਹੀ ਮੁੱਕ ਗਈਆਂ, ਘਰ ਘਰ ਖੇਡਣਾ। ਸਤਿਗੁਰੂ ਕਹਿਣ ਲੱਗੇ, ਕਦੇ ਮੂਸਾ ਜੀ ਬੱਚਿਆਂ ਨੂੰ ਘਰ ਘਰ ਖੇਡਦੇ ਦੇਖਿਆ? ਕਹਿਣ ਲੱਗਾ ਨਹੀਂ, ਕਈ ਵਾਰੀ ਬੱਚੇ ਘਰ ਘਰ ਦੇ ਉੱਤੇ ਕਲੇਮ ਕਰਦੇ ਆਹ ਮੇਰਾ ਘਰ ਆ, ਤੇਰਾ ਘਰ ਏ, ਪਰ ਕਮਾਲ ਇਹ ਹੈ ਜਦੋਂ ਸ਼ਾਮ ਪੈਂਦੀ, ਸੂਰਜ ਢਲਦਾ, ਮਾਂ ਜਾਂ ਪਿਓ ਆਵਾਜ਼ ਮਾਰਦੇ, ਪੁੱਤ ਘਰ ਨੂੰ ਆ ਜਾ, ਘਰ ਨੂੰ ਆ ਜਾ। ਉਹ ਬਣੇ ਬਣਾਏ ਸਾਰਾ ਖੇਡ ਮੈਦਾਨ ਨੂੰ ਛੱਡ ਕੇ ਤੇ ਅਸਲੀ ਘਰ ਨੂੰ ਭੱਜ ਜਾਂਦਾ। ਆਖਣ ਲੱਗੇ, ਮੂਸਾ ਜੀ ਆ ਜਿਹੜੇ ਘਰ ਮਕਾਨ ਏਡੇ ਏਡੇ ਪਾਏ ਇਸ ਲਈ ਬਣਾਏ ਵੀ ਤੁਹਾਡੇ ਵਰਗੇ ਰੱਬ ਦੇ ਪਿਆਰੇ ਆਉਣ, ਘੱਟੋ ਘੱਟ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਤਾਂ ਕਰ ਸਕੀਏ। ਇਹ ਸੇਵਾ ਕਰਨ ਲਈ, ਹਾਂ, ਜਿੱਦਣ ਪਿਤਾ ਰੱਬ ਨੇ, ਨਿਰੰਕਾਰ ਨੇ ਆਵਾਜ਼ ਮਾਰੀ ਆ ਜਾ, ਇੱਥੇ ਬਣੇ ਬਣਾਈ ਸਾਰੇ ਛੱਡ ਕੇ ਤੁਰ ਜਾਣਾ, ਸਾਰੇ ਛੱਡ ਜਾਣਾ। ਇਹਦਾ ਮਤਲਬ ਰੱਬ ਦੇ ਭਗਤ ਅੰਦਰ ਇਹ ਤਾਂ ਵਿਸ਼ਵਾਸ ਹੈ ਵੀ ਇਹ ਸਾਰਾ ਕੁਝ ਮੇਰਾ ਨਹੀਂ ਗਾ, ਪੱਕਾ ਨਹੀਂ ਗਾ ਟਿਕਾਣਾ, ਮੈਂ ਆਪਣੇ ਬਾਪੂ ਦੇ ਘਰ ਜਾਣਾ, ਘਰ ਜਾਣਾ। ਇਹ ਭਗਤ ਨੂੰ ਪਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਆਪਾਂ ਹੁਕਮਨਾਮੇ ਦੇ ਰੂਪ ਅੰਦਰ ਕਈ ਵਾਰੀ ਪੜ੍ਹਦੇ ਆਂ ਵੀ ਬੰਦਿਆ ਭਗਤੀ ਕਰ, ਤੁਰਿਆ ਕਿੱਧਰ ਫਿਰਦਾ ਤੂੰ, ਮਨ ਰੇ ਕੌਣ ਕੋ ਮਤ ਤੈ ਲੀਨੀ, ਕਿਹੜੀ ਪੁੱਠੀ ਮੱਤ ਲੈ ਲਈ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ, ਰਾਮ ਭਗਤ ਨਹਿ ਕੀਨੀ। ਜਦੋਂ ਕਦੇ ਵੀ ਇਹਦੇ ਅਰਥ ਕਰਨੇ ਪਏ ਇੱਕ ਵੱਖਰਾ ਸਵਾਦ ਜਿਹਾ ਆਉਂਦਾ, ਤੁਸੀਂ ਕਹੋਗੇ ਉਹ ਕਿਵੇਂ? ਆਪਣੀ ਕਿ ਟੁਕਾਈਏ ਮਨਾ, ਕਿਹੜੀ ਪੁੱਠੀ ਮੱਤ ਲਈ ਫਿਰਦਾ। ਹੁਣ ਦੋ ਲਫ਼ਜ਼ ਵਰਤੇ ਗੁਰੂ ਤੇਗ ਬਹਾਦਰ ਸਾਹਿਬ ਨੇ, ਤੁਸੀਂ ਸ਼ਬਦ ਪੜ੍ਹ ਰਹੇ, ਤੁਸੀਂ ਸੁਣਿਆ ਹੋਵੇਗਾ, ਪਰ ਲੰਘ ਜਾਂਦੀ। ਜਦੋਂ ਰੋਟੀ ਨੂੰ ਵੀ ਆਪਾਂ ਚਿੱਥੀਏ ਨਾ ਚੰਗੀ ਤਰ੍ਹਾਂ, ਖੂਨ ਤਾਂ ਬਣਦਾ ਰੋਟੀ 'ਚ। ਰੱਬ ਤੋਂ ਤਾਂ ਉਦੀ ਬਲਿਹਾਰ ਜਾਣ ਲੱਗ ਪਈ ਵੀ ਕਣਕ ਬੀਜੀ, ਕਣਕ ਦਾ ਆਟਾ ਫੇਆ, ਖਾ ਲਿਆ, ਇੱਦਾਂ ਹੀ ਲੱਗਦਾ ਨਾ ਆਪਾਂ ਨੂੰ ਢਿੱਡ ਭਰ ਗਿਆ। ਨਹੀਂ, ਉਦੋਂ ਅੱਗੇ ਵੀ ਜਾਇਆ ਕਰੋ। ਉਹ ਜਦੋਂ ਕਣਕ ਆਟੇ ਰੋਟੀ ਦੇ ਰੂਪ ਵਿੱਚ ਸਾਡੇ ਢਿੱਡ ਜਾਂਦੀ, ਉਹਦੇ 'ਚੋਂ ਖੂਨ ਕਿੱਦਾਂ ਬਣਦਾ, ਸਾਡਾ ਸਰੀਰ ਕਿੱਦਾਂ ਪ੍ਰਫੁੱਲਤ ਹੁੰਦਾ, ਫਿਰ ਨਿਕਲੇਗਾ ਵਾਹਿਗੁਰੂ ਕਮਾਲ, ਅਸਲੀ ਵਾਹਿਗੁਰੂ ਨਿਕਲੇਗਾ, ਸਵਾਦ ਆਏਗਾ। ਬਾਣੀ ਨੂੰ ਰੋਟੀ ਵਾਂਗੂ ਚਿੱਥਿਆ ਕਰੋ, ਇੱਕ ਇੱਕ ਪੰਕਤੀ ਨੂੰ ਧਿਆਨ ਨਾਲ ਪੜ੍ਹੋਗੇ, ਗੱਲ ਤਾਂ ਸਮਝ ਆਉਣੀ। ਹੁਣ ਇਹ 'ਚ ਭਗਤੀ ਦੀ ਗੱਲ ਤੇ ਕੀਤੀ, ਪਰ ਦੋ ਚੀਜ਼ਾਂ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਮਨ ਰੇ ਕੌਣ ਕੋ ਮਤ ਪੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਦਾਰਾ ਨਿੰਦਿਆ ਰਸ, ਇਹਦਾ ਮਤਲਬ ਪਤਾ ਕੀ ਹੈ? ਪਰਾਏ ਰੂਪ ਦੇ ਵਿੱਚੋਂ ਵੀ ਸਵਾਦ ਆਉਂਦਾ, ਪਰਾਏ ਤਨ ਵੱਲ ਤੱਕਿਆ ਬੰਦੇ ਨੂੰ ਇੱਕ ਸਵਾਦ ਜਿਹਾ ਆਉਂਦਾ। ਇਹਦਾ ਮਤਲਬ ਪਰਾਇਆ ਤਨ ਦਾ ਵੀ ਸਵਾਦ ਹੈ। ਦੂਜੀ ਗੱਲ, ਨਿੰਦਿਆ, ਚੁਗਲੀ। ਤੇ ਮੈਂ ਕਹੀਏ ਕਿ 36 ਪ੍ਰਕਾਰ ਦੇ ਭੋਜਨ ਖਾ ਕੇ, ਵਧੀਆ ਤੋਂ ਵਧੀਆ ਆਈਟਮ ਦੁਨੀਆ ਦੀ ਛਕ ਕੇ ਵੀ
ਓਨਾ ਸਵਾਦ नहीं आएगा जिन्ना स्वाद दूजे का भंडी प्रचार चुगलियां निंदिया सुन के स्वाद आएगा। कथा सुनदे ध्यान इधर उधर चल गया, कोई गल नहीं। जदों कोई चुगली हो रही होवे ते आपां एक मिनट भाई जी दुबारा दस्सो, मेरा ध्यान उधर चल गया, क्योंकि स्वाद आ रहा ना विचों। किसी की भी भंडी हुंदी होवे ना, चुगलियां हुंदियां होण, इधर कंन खड़े होंदे पूरे, बड़ा ध्यान नाल बंदा सुनदा। गुरु तेग बहादुर साहब ने लफ्ज वरतिया रस, स्वाद। मना किहड़ी पुठी मत दे विच फसिया, तैनूं पराया रूप देखण लग्या स्वाद बड़ा आउंदा, पराई चुगली करन लग्या जां चुगली सुनन लग्या, करन लग्या भी स्वाद हुंदा, सुनन लग्या भी तैनूं बड़ा स्वाद आउंदा। जिहड़ा काम करना वो तां कर नहीं रिहा। राम भगत मैं की गुरु तेग बहादुर साहब ने गुरु नानक साहब तो बाद दुनिया के चक्कर ला के, दूजे गुरु ने गुरु तेग बहादुर साहब सब तो वड्डे राउंड ला के चक्कर ला के दुनिया को रब नाल जोड़िया। गुरु तेग बहादुर साहब वर्गा कोई भगत हो सकता? हर गल ते भगती दा, हर सिद्धांत विचों भगती दृढ़ कराई जाए। जननी जने तां भगत जन कै दाता। हालांकि गुरु तेग बहादुर साहब की बाणी नूं ध्यान नाल पढ़दे आ ना, ते गुरु तेग बहादुर साहब कहते हैं रब तो बिना दूजा दाता है ही कोई नहीं, है ही कोई नहीं। ये साडी फितरत है। असी बंदियां नूं तां दाते बनाया बनाया, बाबा जी पुत बख्श दे। मैं कई वारी कहना उन्हां जिहड़ियां बीबियां भैणां साधां दे डेरियां ते जाके पुत पोते मंगदियां, उन्हां नूं दुख बड़ा लगना, तुहानूं चुभणी गल चुभी जाए, मैनूं कोई फर्क ना सके। अगली बारी कईयां ने इन्हां दा भाई अगली बारी सके, होर थोड़ियां थां दुनिया बड़ी खुली है। क्यों अपने घर वाले ते शक कराउंदियां भी आ मुंडा जी ये काका सानूं फलाने बाबे दे डेरे तो मिलिया। ਇਹਦਾ मतलब ਉਹਦੇ ਤਾਂ ਵਿਚਾਰੇ ਦੇ ਪੱਲੇ ਕੱਖ ਨਹੀਂ। ਦਾਣੇ ਦੇ ਕੇ ਖੇਮਾ ਕਰ ਦਿਓ, ਮੇਰੇ ਲਫ਼ਜ਼ਾਂ ਨੂੰ ਮਾਫ ਕਰ ਦਿਓ। ਮੈਂ ਤਾਂ ਚਾਹੁੰਦਾ ਵੀ ਤੁਹਾਡੇ ਸੀਨੇ 'ਚ ਗੋਲੀਆਂ ਨੂੰ ਵੱਜਣ। ਅਸੀਂ ਸਾਧਾਂ ਦੇ ਡੇਰਿਆਂ ਨੂੰ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਹੋ ਜਾਈਏ। ਮੇਰਾ ਇਹ ਗੱਲਾਂ ਕਹਿਣ ਦਾ ਮਕਸਦ ਸਿਰਫ ਇੰਨਾ ਕੁ, ਅਰਥ ਤੁਸੀਂ ਜੋ ਮਰਜ਼ੀ ਕੱਢੀ ਜਾਓ ਆਪਣੇ ਕੋਲ, ਮੈਨੂੰ ਕੋਈ ਮਤਲਬ। सिख धर्म का प्रचारक होने के नाते, गुरु का प्रचारक देनदार होने के नाते मेरा मकसद है भी दूजिया नालों सारिਆਂ ਨਾਲ टुट के असीं ऐस दर दे हो जाइए। बस ये सही सुना रहे हैं, फलाने डेरे तो मिलिया। साडा ते एडा तवाजन खुस गया, दिमाग की वरतों बंद हो गई। बंदियां कोल जाके मंगना तो छड्डो छड्डो, मुर्दियां कोलों कबरां ते जाके जठेरे। मैं बहुतिਆਂ ਨੂੰ ਪੁੱਛਦਾ ਭਾਈ ਜੀ ਜਠੇਰੇ ਦਾ ਕੀ ਅਰਥ ਹੁੰਦਾ ਹੈ? ਕੱਖ ਨਹੀਂ ਪਤਾ ਕਿਸੇ ਨੂੰ ਵੀ ਜਠੇਰੇ ਦਾ ਮਤਲਬ ਕੀ ਹੁੰਦਾ। ਜਠੇਰੇ ਦਾ ਮਤਲਬ ਹੁੰਦਾ ਵੱਡਾ। ਤੇ ਸਾਡੇ ਲਈ ਤਾਂ ਬੜਾ ਸੌਖਾ ਜਿਹਾ ਕੰਮ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਸਾਡਾ ਤਾਂ ਜਠੇਰਾ ਹੀ ਆ। ਬਾਣੀ 'ਚ ਲਿਖਿਆ ਨਾ ਘਰ ਕੇ ਜਠੇਰੇ ਕੀ ਚੌਕੀ ਕਾਣ। ਅਸੀਂ ਉਸ ਪਾਸੇ ਨੂੰ ਤੁਰ ਪਏ। ਮੈਨੂੰ ਖਿਮਾ ਕਰ ਦਿਓ। दाता गुरु तेग बहादुर कहने लगी एक रब है, कोई दूजा दाता नहीं गा। गुरु तेग बहादुर साहब के श्लोक ही पढ़ लो। जगत भिखारी फिरत है सबको दाता राम। एक राम सारियां च रमिया होया, सब नूं दाता देना। दूजी गल सब सुख दाता राम है, दूसर नाहिन कोई। गुरु तेग बहादुर साहब ही कहते ना रब तो बिना दूजा दाता तो नहीं कोई। पर बंदे की फितरत है, वह भी गुरु तेग बहादुर साहब ने लिखती भी अपने सुखों की खातर यदा हाल कुत्ते वर्गा। कुत्ते वर्गा इत्थों भी बुरकी मिल जाए, इत्थों भी टुकड़ मिल जाए, इत्थों भी रोटी मिल जाए। ये थां थां भालदा फिरदा भी इत्थों पुत मिल जाए, इत्थों कारोबार मिल जाए, उतों तंदुरुस्ती मिल जाए। थां थां सुख के हेत बहुत दुख पावत सेव करत जन जन की। थां थां भटकदा गुरु तेग बहादुर साहब कह रहे, आप उन्होंने बाणी चो गल करनी। सुख के हेत बहुत दुख पावत सेव करत जन जन की। द्वारे द्वार स्वान जो डोलक स्वान उता। स्वान जो डोलक न सुध राम भजन की। रब नूं चेते कर सब कुछ देगा। वो दाता बाणी दा एक सिद्धांत गुर परमेश्वर एको जा। गुरु ते रब ने मेरे च कोई फर्क नहीं। मेरा गुरु मैनू कोई पूछे भी कदे रब देखिया तो रब दी गल्लां मैं रोज देख
ਆਪ ਤੇ ਮੇਰਾ ਰੱਬ ਬਿਠਾ ਬਾਬਾ ਬਾਣੀ ਨਨਕਾਰ ਹੈ। ਸਿੱਖੀ ਅਸੂਲ ਅਨੁਸਾਰ ਰੱਬ ਤੇ ਗੁਰੂ ਚ ਕੋਈ ਫਰਕ ਨਹੀਂ, ਇੱਕੋ। ਉਸ ਪੱਖ ਤੋਂ ਮੈਂ ਗੱਲ ਕਰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਦਾਤਾ ਵੀ ਨਹੀਂ ਲੱਭਣਾ ਤੁਹਾਨੂੰ, ਦਾਤਾ ਵੀ ਨਹੀਂ ਲੱਭਣਾ। ਕਿਵੇਂ? ਕਦੇ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਾਬੇ ਬਕਾਲੇ ਪ੍ਰਗਟ ਹੁੰਦੇ ਨੇ, ਧੀਰਮਲ ਵਰਗਾ, ਧੀਰਮਲ ਸੀਏ ਮਸੰਦ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਉਂਦਾ। ਇਤਿਹਾਸ ਆ ਪੜ੍ਹ ਕੇ ਦੇਖ ਲਓ, ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ ਨਾਲ ਛੂਹ ਕੇ ਗੋਲੀ ਲੰਘਦੀ ਆ। ਜੇ ਲੱਗਦੀ ਤਾਂ ਉੱਥੇ ਸ਼ਹੀਦ ਹੋਏ, ਮੱਥੇ ਨਾਲ ਛੂਹ ਕੇ, ਉਹਨਾਂ ਦੇ ਨਿਸ਼ਾਨ ਸੀ ਮੱਥੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੇ। ਕਦੇ ਚੰਗੀ ਤਰ੍ਹਾਂ ਇਤਿਹਾਸ ਨੂੰ ਫਰੋੜਿਓ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਗਰਾ ਤੇ ਸਤਿਗੁਰੂ ਕਹਿੰਦੇ ਭਲੋ ਧੀਰਮਲ ਭਲੋ, ਸ਼ਾਬਾਸ਼ੇ, ਬੜੇ ਵਧੀਆ ਕੰਮ ਕਰਨ ਲਿਆ। ਉਹ ਸਾਰਾ ਕੁਝ ਲੁੱਟ ਕੇ ਲੈ ਗਿਆ ਸੀ ਧੀਰਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ। ਔਰ ਅੱਜ ਤੱਕ ਕਦੇ ਇਤਿਹਾਸ ਪੜ੍ਹੋ, ਅੱਜ ਤੱਕ, ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਧੀਰਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ ਗੁਰੂ ਅਰਜਨ ਸਾਹਿਬ ਵਾਲੀ ਬੀੜ ਵੀ ਖੋਹ ਕੇ ਲੈ ਗਿਆ ਸੀ। ਅੱਜ ਵੀ ਕਰਤਾਰਪੁਰ ਧੀਰਮਲੀਆਂ ਕੋਲ ਪਈਆ, ਜਲੰਧਰ ਦੇ ਨੇੜੇ, ਵਿਸਾਖੀ ਵਾਲੇ ਦਿਨ ਦਰਸ਼ਨ ਕਰਾਉਂਦੇ। ਅੱਜ ਵੀ ਧੀਰਮਲੀਆਂ ਕੋਲੋਂ ਬੀੜ ਪਈਆ। ਉਹਦਾ ਕਾਰਨ, ਜਦੋਂ ਸਾਰਾ ਕੁਝ ਖੋਹ ਕੇ ਲੈ ਗਿਆ ਨਾ, ਤੇ ਬਾਬੇ ਮੱਖਣ ਸ਼ਾਹ ਨੂੰ ਪਤਾ ਲੱਗਾ। ਬਾਬਾ ਮੱਖਣ ਸ਼ਾਹ ਬੜਾ ਵੱਡਾ ਆਲੇ ਦੁਆਲੇ ਦਾਰੋਮਦਾਰ ਰੱਖਦਾ ਸੀ, ਕੋਈ ਨਿੱਕੀ ਮੋਟੀ ਸ਼ਖਸੀਅਤ ਨਹੀਂ ਸੀ ਉਹ। ਨਾਲ ਉਹਦੀ ਫੌਜ ਹੁੰਦੀ, ਸਿਪਾਹੀ ਹੁੰਦੇ ਸੀਗੇ। ਉਹਨੇ ਸਾਰਾ ਕੁਝ ਹੀ ਖੋਹ ਲਿਆਂਦਾ ਧੀਰਮਲ ਤੋਂ ਵਾਪਸ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾਤੇ ਦਾ ਜਿਗਰਾ ਦੇਖੋ, ਕਹਿਣ ਲੱਗੇ ਨਹੀਂ ਮੱਖਣ ਸ਼ਾਹ ਸਾਰਾ ਹੀ ਮੋੜ ਦੇ, ਸਾਰਾ ਹੀ ਮੋੜ ਦੇ ਦਿਆ, ਸਾਰਾ ਕੁਝ ਹੀ ਧੀਰਮਲ ਰੱਖ ਲੈ। ਔਰ ਉੱਥੇ ਲਫ਼ਜ਼ ਵਰਤੇ ਨੇ, ਧੀਰਮਲ ਨੂੰ ਭੁਲੇਖਾ ਆ, ਸਾਨੂੰ ਨਹੀਂ ਭੁਲੇਖਾ। ਦਰਦ ਕੈ ਕਾਰਨ ਗੁਰੂ ਮਹਾਰਾਜ ਨੇ ਨਹਿ ਦੁਕਾਨ ਜੇ ਪਾਈ, ਪੈਸੇ ਦੀ ਕਰਕੇ ਗੁਰੂ ਨੇ ਦੁਕਾਨ ਨਹੀਂ ਪਾਈ ਵੀ ਚੜਾਵਾ ਚੜੇਗਾ, ਗਾਹਕ ਕੋਲ। ਅਸੀਂ ਤਾਂ ਗੁਰਦੁਆਰਿਆਂ ਨੂੰ ਦੁਕਾਨਾਂ ਬਣਾਤਾ, ਮੈਨੂੰ ਖਿਮਾ ਕਰ ਦਿਓ। ਬਹੁਤਾਤ ਦੁਨੀਆ ਚ ਵਿਚਰ ਕੇ ਲੋਕੀ ਕਹਿਣ ਵੀ ਲੱਗ ਪਏ ਗੁਰਦੁਆਰਾ ਕਾਹਦਾ ਦੁਕਾਨ। ਹੁਣ ਤਾਂ ਲੋਕੀ ਪਰਸਨਲ ਗੁਰਦੁਆਰੇ ਬਣਾਉਣ ਲੱਗ ਪਏ ਵੀ ਇਨਕਮ ਹੀ ਹੋਊਗੀ, ਉੱਤੇ ਗੁਰਦੁਆਰਾ ਬਣਾ ਲਓ, ਥੱਲੇ ਮੈਰਿਜ ਪੈਲਸ ਵੀ ਚੱਲੀ ਜਾਏਗਾ, ਸਾਰਾ ਕੁਝ ਚੱਲੀ ਜਾਏਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਦਰਦ ਕੇ ਕਾਰਨ ਗੁਰੂ ਮਹਾਰਾਜ ਨੇ ਜੇ ਦੁਕਾਨ ਹੈ ਪਾਈ। ਇਹ ਦੁਕਾਨ ਥੋੜਾ ਗੋਲ, ਤੈਨੂੰ ਲੋੜ ਵਾਲਾ ਭਰਾਵਾ ਤੂੰ ਚੁੱਕ ਕੇ ਲੈ ਜਾਣਾ, ਫਟ ਤੂੰ ਵਰਤ ਲਾ, ਹੋਰ ਪਾਸੇ ਆ ਜੂ। ਧੀਰਮਲ ਨੂੰ ਦਾਤੇ ਵਾਂਗੂ ਜਿਗਰਾ ਕਰਕੇ ਸਭ ਕੁਝ, ਤੇਰੀ ਸੁਰਤ ਪੈਸੇ ਦੇ ਤੇ ਤੂੰ ਪੈਸਾ ਚੱਕਣ ਜਾ। ਗੁਰੂ ਤੇਗ ਬਹਾਦਰ ਸਾਹਿਬ ਦਾਤੇ ਨੇ। ਕੀਰਤਪੁਰ ਸਾਹਿਬ ਆਉਂਦੇ ਨੇ, ਕੀਰਤਪੁਰ ਜਿਹੜੇ ਸੋਢੀ ਸੀ ਨਾ, ਕਦੇ ਪੜ੍ਹਿਓ ਇਤਿਹਾਸ, ਉਹਨਾਂ ਨੂੰ ਫਿਕਰ ਪੈ ਗਿਆ ਵੀ ਜੇ ਗੁਰੂ ਤੇਗ ਬਹਾਦਰ ਕੀਰਤਪੁਰ ਰੋਕ ਗਏ, ਸਾਨੂੰ ਕਿਹਨੇ ਪੁੱਛਣਾ। ਤੇ ਸਤਿਗੁਰੂ ਨੇ ਦਾਤਿਆਂ ਵਾਲਾ ਜਿਗਰਾ ਰੱਖਦਿਆਂ ਸੋਢੀਆਂ ਨੂੰ ਕੀਰਤਪੁਰ ਦੇ ਦਿੱਤਾ। ਆਪ ਪੈਸੇ ਖਰਚ ਕੇ ਨਵਾਂ ਨਗਰ ਵਸਾਇਆ ਸੀ, ਚੱਕ ਨਾਨਕੀ, ਮਾਖੋਵਾਲ ਤੋਂ ਚੱਕ ਨਾਨਕੀ, ਜਿਹਨੂੰ ਆਪਾਂ ਬਾਅਦ ਚ ਅਨੰਦਪੁਰ ਸਾਹਿਬ ਕਹਿਣਾ। ਪੈਸੇ ਦੇ ਕੇ ਜ਼ਮੀਨ ਤੇ ਕਬਜ਼ਾ ਕਰਕੇ ਨਹੀਂ ਇੰਡੀਆ ਅੰਦਰ ਤਾਂ ਹੈ ਕਿ ਧਾਰਮਿਕ ਸਥਾਨ ਬਣਾਉਣਾ, ਚਾਹੇ ਮੰਦਰ ਬਣਾਉਣਾ, ਚਾਹੇ ਗੁਰਦੁਆਰਾ ਬਣਾਉਣਾ, ਤੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਲਓ। ਦੱਸਣਾ ਲੋਕਾਂ ਨੂੰ ਧਰਮ ਆ, ਤੇ ਨੀਂਹ ਕਿੱਥੇ ਰੱਖਣ ਲੱਗੇ? ਫਰੇਮ ਦੇ ਉੱਤੇ। ਪੈਸੇ ਖਰਚੋ, ਜੇ ਗੁਰਦੁਆਰਾ ਬਣਾਉਣਾ, ਮੰਦਰ ਬਣਾਉਣਾ, ਜ਼ਮੀਨਾਂ ਤੇ ਕਬਜ਼ੇ ਕਰਕੇ ਬਣਦੇ ਨੇ। ਧਰਮ ਕਿੱਦਾਂ ਸਿੱਖ ਸਕਣਗੇ ਜਿਹਦੀ ਫਾਊਂਡੇਸ਼ਨ ਹੀ ਗਲਤ ਹੋ ਗਈ, ਜਿਹਦੀ ਨੀਂਹ ਗਲਤ ਹੋ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਡ ਖਰੀਦ ਕੇ ਵਸਾਇਆ ਸੀ, ਚੱਕ ਨਾਨਕੀ, ਆਪਣੀ ਮਾਤਾ ਦੇ ਨਾਂ ਤੇ। ਔਰ ਆਪਣੀ ਮਾਤਾ ਨੂੰ ਕਿੰਨਾ ਪਿਆਰ ਕਰਦੇ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ, ਇਸ ਚੀਜ਼ ਚੋਂ ਨਿਕਲਦਾ। ਗੁਰੂ ਤੇਗ ਬਹਾਦਰ ਸਾਹਿਬ ਦਾਤੇ ਨੇ। ਦੁਨੀਆ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਟੂਰ ਪੜ੍ਹ ਕੇ ਵੇਖੋ, ਜਿੱਥੇ ਜਿੱਥੇ ਗਏ ਨੇ ਸਤਿਗੁਰੂ ਨੇ ਖੂਹ ਲਵਾਏ ਨੇ। ਮੈਂ ਖੁਦ ਅੱਖੀ ਜਾ ਕੇ ਵੇਖੇ ਨੇ। ਕਦੇ ਰੋਹਤਕ ਦੇ ਇਲਾਕੇ 'ਚ, ਕੈਥਲ ਦੇ ਇਲਾਕੇ 'ਚ, ਇੱਧਰ ਜਮਨਾ ਨਗਰ ਦੀ ਸਾਈਡ ਨੂੰ ਚਲੇ ਜਾਓ ਹਰਿਆਣੇ ਅੰਦਰ, ਤੁਹਾਨੂੰ ਥੱਲੇ ਅੱਜ ਵੀ ਉਹ ਫੱਟੀਆਂ ਲਿਖੀਆਂ ਹੋਈਆਂ, ਨਾਂ ਲਿਖਿਆ ਹੋਇਆ ਗੁਰੂ ਤੇਗ ਬਹਾਦਰ ਦੀ ਜਗ੍ਹਾ ਸ਼੍ਰੀ ਤੇਗ ਬਹਾਦਰ, ਕਿਉਂਕਿ ਉਦੋਂ ਗੁਰੂ ਨਹੀਂ ਸੀ ਬਣੇ ਜਦੋਂ ਉਹਨਾਂ ਨੇ ਇਹ ਖੂਹ ਲਵਾਏ ਨੇ। ਸੰਨ ਲਿਖੇ ਹੋਏ ਨੇ, ਫਾਰਸੀ 'ਚ ਲਿਖਿਆ ਹੋਇਆ ਜੀ, ਅੱਜ ਵੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾਤੇ ਨੇ, ਖੁੱਲੇ ਜਿਗਰੇ ਨਾਲ ਵੱਢਦੇ ਨੇ। ਤੇ ਦਾਤੇ ਦਾ ਜਿਗਰਾ ਪਤਾ ਕਿੱਡਾ ਕਿ ਇਤਿਹਾਸ ਪੜ੍ਹ ਕੇ ਵੇਖੋ। ਆਗਰੇ ਦੇ ਵਿੱਚ ਆਜੜੀ, ਜਿਹਨੂੰ ਇਹ ਖਬਰ ਮਿਲਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਣਾ, ਵਾਰੰਟ ਜਾਰੀ ਆ, ਤੇ ਬੜੇ ਪਿਆਰ ਨਾਲ ਅਰਦਾਸ ਕਰਦਾ, ਸੱਚੇ ਪਾਤਸ਼ਾਹ ਮੈਨੂੰ ਪਤਾ ਤੁਹਾਨੂੰ ਗ੍ਰਿਫਤਾਰ ਕਰਨਾ ਫੌਜਾਂ ਨੇ, ਸਰਕਾਰ ਨੇ, ਤੇ ਕਿੰਨਾ ਚੰਗਾ ਹੋ ਜਾਏ ਤੁਸੀਂ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਓ, ਮੈਨੂੰ ਇਨਾਮ ਮਿਲ ਜਾਏ, ਤੇ ਘੱਟੋ ਘੱਟ ਮੇਰੀ ਗਰੀਬੀ ਤਾਂ ਚੱਕੀ ਜਾਵੇ। ਅਰਦਾਸ ਹੈ, ਪਰ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਹੀ ਕਿ ਸੱਚੇ ਪਾਤਸ਼ਾਹ ਤੁਸੀਂ ਗ੍ਰਿਫਤਾਰ ਮੇਰੇ ਰਾਹੀਂ ਹੋਵੋ,
मेरी तो गरीबी च और गुरु देखो कमाल किड्डा दाता जिगरा किड्डा गिरफ्तारी आगरी जाके दिंदे ने वो आजरी दे राही उन्होंने नाम भी दिंदा सरकार दिंदी है ते सतगुरु अपने कोलों भी दिशाला दिंदे ने होर एक दो चीज़ां दिंदे ने गुरु का जिगरा किड्डा है। गुरु तेग बहादुर साहब के दर दे उत्ते पंडित आ जाण दातिया साडी बोदी नूं धोती नूं खतरा गुरु का तो जिगरा एडा गुरु अपना सीस ही दान कर दिंदा सीस दा गुरु वर्गा कोई दाता होएगा जननी जने तो भगत जन कै दाता इत्थे भी फेल हो गया तुलसीदास कै सूर सूरमा गुरु तेग बहादुर साहब वर्गा सूरमा कोई लभेगा। मैं उदण भी अर्ज की सी इस सूरमे पैदा करने वाली गल है पै काहू को देत में न पै मानत आन लोग सब तो वध मैं भी हाँ तुसी भी हो एक चीज तो डरदे ओदा नाम है मौत। ते गुरु तेग बहादुर साहब दिल्ली नूं जदों गए सारा रूट पढ़ के देखो ये बार बार हर बंदे नूं समझाउंदे सी भी मौत तो काहदा डरना। अज भी असीं पंजाबी दे विच ये लफ्ज़ वरतदे आ फलाना मुक जाए तो आप लै भी उन्होंने घर बड़ी अणहोणी हो गई अणहोणी सतगुरु कहंदे किहड़ी अणहोणी अणहोणी थोड़ो लफ्ज़ तां होणी आ लोकां दे अंदरों मौत दा खौफ कढदिआं सूरमे बनाए सी चिंता ताकी कीजिए जो अनहोनी होए ये मार्ग संसार को नानक थिर नहीं दसो रिया केड़ा मौत तो डरते हो। फिर जिहड़ी गुरु तेग बहादुर साहब ने उदाहरण दी सिरे दी जिहनूं लोग भगवान कहंदे ने उत्थों शुरू कर दे तू अपने रोना कि मैं मरना जावां देख राम गयो जिहनूं रब कहंदे लोकी और जिहनूं मां लिया रावण गयो जांको बहु परिवार ते सानू ये समझाया कहो नानक फिर कछ नहीं सुपने ज्यों संसार हुण ये सूरमता ही पैदा करनी अंदर जरूरत बंदे दे अंदरों मौत का खौफ निकलता है डर निकलता है बंदे अंदर ये भरना ज्यों सुपना और पेखना ऐसे जग को ये शब्द भरना जग रचना सब झूठ है जान लियो रे मीत ये बुजदला नूं शेर बनाना गुरु तेग बहादुर साहब सूरमा 13 साल की उम्र थी गुरु तेग बहादुर साहब की 13 साल जिदण करतारपुर साहब विखे जंग लड़ी सी पहली जिंदगी की गुरु तेग बहादुर साहब ने मैं अगे अर्ज की सी जिदण नाम त्याग मल तो तेग बहादुर बापू ने किया 13 साल उम्र सी गुरु तेग बहादुर साहब की करतारपुर जलंधर च पैंदे खान के विरुद्ध जंग लड़ी सी जदों 13 साल उम्र सी गुरु तेग बहादुर साहब की सूरमे ने गुरु तेग बहादुर साहब सच्चे पातशाह की सूरमताई पढ़ के देखो ध्यान दे नाल तुसीं हैरान हो जाओगे। सतगुरु दे नाल 3 सिख ने एक होर बेनती करा विद्वान का एक शेर है ईसा के मौजूदों ने मुर्दे उठा दिए नानक के मौजूदों ने ईसा बना दिए करामात उन्होंने एक दिन हजरत ईसा जी ने आना दोजक के दिन जिन्ने पैरोकारों से विश्वास रखते थे उन्होंने उठाल के कबरों विचों बहिश्त च जाना इदा ही हजरत मुहम्मद साहब वाले कहते इदा ही ईसा वाले कहते मूसा वाले कहते आपो अपने हिसाब नाल वो कहने लगा ईसा के मौजूदों ने मुर्दे उठा दिए एक दिन मुर्दे उठा के लेके जाने पर इधर देखो नानक के मौजूदों ने ईसा बना दिए इत्थे ईसा मसीह वर्गे कई बना दिते हो किवें बोलो इस गल गुरु तेग बहादुर साहब सूरमे ने दिल्ली के अंदर भाई मतीदास ये कहंदा सी दाता एक बारी हुक्म कर दिल्ली की इट ना इट खड़का दे सतगुरु कहंदे सी मतीदास कला लड़ना ही सूरमताई नहीं गी उन्होंने कीते नूं जरना भी एक बड़ी वड्डी सूरमताई आ अपने ते जर लेना दुनिया सामने मिसाल पैदा कर देनी ये भी बड़ी वड्डी सूरमताई है। गुरु तेग बहादुर साहब ना 3 ने भाई मतीदास भाई सतीदास भाई दयाला मतीदास सतीदास रिश्ते दे विच सके भरा ने भाई दयाला भाई मनी सिंह होना दा भरा है हुण दूजे बन्ने यसू मसीह दे नाल 13 चेले ने 13 चेले ईसा मसीह दे नाल
ਜਿੱਦਣ ਉਹਨੂੰ ਸੂਲੀ ਟੰਗਿਆ ਜਾਣਾ। 13 ਚੇਲੇ ਨੇ ਰਾਤ ਨੂੰ ਬਹਿ ਕੇ ਇਕੱਠਿਆਂ ਨੇ ਡਿਨਰ ਕੀਤਾ, ਪ੍ਰਸ਼ਾਦਾ ਪਾਣੀ ਛਕਿਆ ਇੱਕੋ ਟੇਬਲ ਤੇ ਸਵੇਰ ਨੂੰ ਜਦੋਂ ਸੂਲੀ ਟੰਗਿਆ ਜਾਣਾ ਸੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਨੂੰ ਜਾਣਦੇ ਹੋ, ਯਿਸੂ ਨੂੰ ਜਾਣਦੇ ਹੋ? 13 ਦੇ 13 ਮੁੱਕਰ ਗਏ, ਸਾਨੂੰ ਪਤਾ ਹੀ ਨਹੀਂ ਵੀ ਇਹ ਕੌਣ ਆ। 13 ਹੀ ਮੁੱਕਰ ਗਏ ਸੀ, 13 ਮੁੱਕਰ ਗਏ ਸੀ। ਅੱਜ ਤੱਕ ਉਹ ਲੋਕ 13 ਨੰਬਰ ਨੂੰ ਨਫ਼ਰਤ ਕਰਦੇ ਨੇ। ਮੈਂ ਕਈ ਵਾਰੀ ਉਦਾਹਰਨ ਦਿੰਦਾ ਹੁੰਦਾ, ਚੰਡੀਗੜ੍ਹ ਇੱਕ ਈਸਾਈ ਵੀਰ ਆਰਕੀਟੈਕਟ ਨੇ ਤਿਆਰ ਕੀਤਾ ਸੀਗਾ ਤੇ ਅੱਜ ਵੀ ਚੰਡੀਗੜ੍ਹ 'ਚ 13 ਨੰਬਰ ਸੈਕਟਰ ਨਹੀਂ। ਅੱਜ ਵੀ ਕਿਸੇ ਕ੍ਰਿਸਚਨ ਨੂੰ ਪੁੱਛ ਕੇ ਦੇਖ ਲਿਓ, 13 ਨੰਬਰ ਘਰ ਲੈ ਕੇ ਰਾਜੀ ਨੇ, ਬਲਕਿ ਤੁਹਾਨੂੰ ਛੇਤੀ ਕਿਤੇ ਮਿਲਣਾ ਨਹੀਂ ਉਹਨਾਂ ਦੇ ਕੱਟੀ ਹੋਈ ਕਲੋਨੀਆਂ ਦੇ ਵਿੱਚ। ਜੇ ਮਿਲ ਜਾਏ ਤਾਂ ਕੋਈ ਲੈ ਕੇ ਰਾਜੀ ਨਹੀਂ। 13 ਨੰਬਰ ਇਹ ਗੱਲ ਵੱਖਰੀ ਵੀ ਅਸੀਂ ਬਾਬੇ ਦਾ 13 ਕਰਕੇ ਰੌਲਾ ਪਾਉਣੀ ਫਿਰਦੇ ਹਾਂ। ਹਾਲਾਂਕਿ ਉਹ 13 ਰੱਬ ਦੇ ਤੇਰੇ ਦੀ ਗੱਲ ਸੀ, 13 ਨੰਬਰ ਦੀ ਨਹੀਂ ਸੀ। 13 ਦੇ 13 ਚੇਲੇ ਮੁਨਕਰ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਨਾਲ ਤਿੰਨਾਂ ਨੂੰ ਕਿੱਡੇ ਤਸੀਹੇ ਦਿੱਤੇ ਗਏ। ਸਿਰ ਦੇ ਉੱਤੇ ਆਰਾ ਚੱਲਣਾ, ਅੱਗ 'ਚ ਰੂੰ 'ਚ ਲਪੇਟ ਕੇ ਅੱਗ ਲਾਉਣੀ, ਕਿਵੇਂ ਸਰੀਰ ਚਿੜਚਿੜ ਕਰਦਾ ਹੋਵੇਗਾ, ਕਿਵੇਂ ਖੌਲ ਦੇ ਪਾਣੀ ਦੇ ਵਿੱਚ ਬਿਠਾ ਲੈਣਾ। ਉਹ ਆਖਰੀ ਇੱਛਾ ਹੈ ਕੋਈ? ਕਹਿੰਦੇ ਹਾਂ ਹੈਗੀ ਹੈ, ਲੜ ਗਿਆ ਲੱਗਦਾ ਮੌਤ ਤੋਂ। ਆਖਰੀ ਇੱਛਾ ਇਹ ਹੈ ਵੀ ਸੱਜਣੋ ਸਿਰ ਤੇ ਆਰਾ ਭਾਵੇਂ ਚਲਾ ਦਿਓ। ਇੱਛਾ ਇਹ ਹੈ ਵੀ ਸਾਡਾ ਮੂੰਹ ਸਾਡਾ ਗੁਰੂ ਵੱਲ ਨੂੰ ਰੱਖਿਓ। ਗੁਰੂ ਨੂੰ ਪਤਾ ਲੱਗ ਜਾਏ ਵੀ ਮੇਰੇ ਪੁੱਤ ਪਾਸ ਹੋ ਗਏ ਇਮਤਿਹਾਨ ਚੋਂ, ਮੇਰੇ ਨਿਆਣੇ ਫੇਲ ਨਹੀਂ ਹੋਏ। ਪੁੱਤ ਨੂੰ, ਬਾਪੂ ਨੂੰ ਮਾਣ ਮਹਿਸੂਸ ਹੋਵੇ ਵੀ ਇਹਦੇ ਪੁੱਤ ਕਿੱਡੇ ਕਮਾਲ ਦੇ ਨੇ। ਜੋ ਕਿਹਾ ਸੀ ਕਰਕੇ ਦਿਖਾ ਕੇ ਗਏ। ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਨੂੰ ਪੜ੍ਹ ਕੇ ਦੇਖੋ ਕਦੇ। ਉਧਰ 13 ਨੇ, 13 ਦੇ 13 ਮੁਨਕਰ ਹੋ ਗਏ। 3 ਨੇ ਗੁਰੂ ਦੇ ਅਸੀਂ ਤਾਂ ਗੁਰੂ ਤੋਂ ਮਰਨ ਵਾਲੇ ਆ, ਸਾਨੂੰ ਮੌਤ ਦਾ ਖੌਫ ਕਿੱਥੇ? ਗੁਰੂ ਤੇਗ ਬਹਾਦਰ ਸੂਰਮੇ ਨਹੀਂ, ਸੂਰਮੇ ਪੈਦਾ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਉਹ ਸੂਰਮੇ ਨੇ ਜਿਨ੍ਹਾਂ ਵਰਗਾ ਦੁਨੀਆ 'ਚ ਸੂਰਮਾ ਨਹੀਂ ਜੇ ਤੁਹਾਨੂੰ ਮਿਲਣਾ ਕੋਈ ਵੀ। ਕਿਵੇਂ? ਇੱਕੋ ਇੱਕ ਸ਼ਹੀਦ ਦੁਨੀਆ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਦੇ ਸੀਸ ਦਾ ਸੰਸਕਾਰ ਕਿਸੇ ਹੋਰ ਸ਼ਹਿਰ ਵਿੱਚ ਹੋਇਆ, ਤੁਹਾਡਾ ਸੰਸਕਾਰ ਕਿਸੇ ਹੋਰ ਜਗ੍ਹਾ ਹੋਇਆ। ਦੋਨੋਂ ਵੱਖ-ਵੱਖ ਸ਼ਹਿਰਾਂ 'ਚ ਗੁਰਦੁਆਰਿਆਂ ਦਾ ਨਾਮ ਸੀਸਗੰਜ ਏ। ਜਿੱਥੇ ਸੀਸ ਲਾਇਆ ਗਿਆ ਸੀਸਗੰਜ, ਜਿੱਥੇ ਆਨੰਦਪੁਰ ਸਾਹਿਬ ਸੀਸ ਦਾ ਸੰਸਕਾਰ ਕੀਤਾ ਗਿਆ ਸੀਸਗੰਜ, ਔਰ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਭਾਈ ਜੈਤਾ ਜਿੱਥੇ ਜਿੱਥੇ ਸੀਸ ਲੈ ਕੇ ਰੁਕਿਆ ਉਹ ਸਾਰੇ ਗੁਰਦੁਆਰਿਆਂ ਦਾ ਨਾਮ ਸੀਸਗੰਜ ਹੈ। ਪੜ੍ਹ ਲਿਓ, ਰੂਪ ਦੇਖ ਲਿਓ ਤੁਸੀਂ। ਗੁਰੂ ਤੇਗ ਬਹਾਦਰ ਸਾਹਿਬ ਵਰਗਾ ਸੂਰਮਾ ਹੋਏਗਾ? 31 ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ ਤੇ 15 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ। 31ਵਾਂ ਰਾਗ, 30 ਰਾਗ ਸਾਰਿਆਂ ਨੇ ਵਰਤੇ ਨੇ। 31ਵਾਂ ਰਾਗ ਕੱਲਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ, ਉਹਨੂੰ ਕਹਿੰਦੇ ਨੇ ਜੈਜਾਵੰਤੀ ਰਾਗ। ਜੈਜਾਵੰਤੀ ਰਾਗ ਤੇ ਕਦੇ ਜੈਜਾਵੰਤੀ ਇੱਕ ਚੀਜ਼ ਨੂੰ ਮੈਂ ਤਾਂ ਹੀ ਕਹਿੰਦਾ ਫਰੋਲਣਾ ਪਏਗਾ ਸਾਨੂੰ। ਜੈਜਾਵੰਤੀ ਰਾਗ ਬਾਰੇ ਪੜ੍ਹੋ। ਜੈਜਾਵੰਤੀ ਰਾਗ ਰਾਜਸਥਾਨੀ ਰਾਗ ਹੈ। ਰਾਜਸਥਾਨੀ ਬੀਬੀਆਂ ਆਪਣੇ ਖਸਮ ਨੂੰ, ਆਪਣੇ ਪੁੱਤ ਨੂੰ, ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਜਦੋਂ ਜੰਗ ਦੇ ਮੈਦਾਨ ਵਿੱਚ ਤੋਰਦੀਆਂ ਸੀ ਨਾ ਤੇ ਜੈਜਾਵੰਤੀ ਰਾਗ ਗਾਉਂਦੀਆਂ ਸੀ। ਮਕਸਦ ਇਹ ਹੁੰਦਾ ਸੀ ਵੀ ਸੱਜਣਾ ਜੇ ਜੰਗ ਦੇ ਮੈਦਾਨ 'ਚ ਚੱਲਿਆ ਜਾਂ ਤਾਂ ਜਿੱਤ ਕੇ ਵਾਪਸ ਆਈ, ਨਹੀਂ ਤੇਰੀ ਲਾਸ਼ ਆਉਣੀ ਚਾਹੀਦੀ ਏ। ਸ਼ਹੀਦੀ ਪਾ ਲਈ, ਜਿੰਦਾ ਨਾ ਜੇ ਮੁੜ ਕੇ ਹਾਰ ਕੇ ਨਾ ਜਿੰਦਾ ਆਈ ਵਾਪਸ, ਜਿੱਤ ਕੇ ਆਈ ਜੇ ਆਉਣਾ, ਨਹੀਂ ਤਾਂ ਤੇਰੀ ਲਾਸ਼ ਹੋਣੀ ਚਾਹੀਦੀ। ਜੈਜਾਵੰਤੀ ਰਾਗ ਬੁੱਧ ਦਿਲਾਂ ਦੇ ਅੰਦਰ ਮਰਨ ਦਾ, ਕੁਛ ਕਰਨ ਦਾ ਜਜ਼ਬਾ ਭਰਦਾ। ਗੁਰੂ ਤੇਗ ਬਹਾਦਰ ਸਾਹਿਬ ਉਹ ਸੂਰਮੇ ਨੇ ਜਿਹੜੇ ਜੈਜਾਵੰਤੀ ਰਾਗ ਰਾਹੀਂ ਸਾਨੂੰ ਪ੍ਰੇਰਦੇ ਨੇ। ਬੀਤ ਜੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨੈ ਰੇ ਅਜਾਨ, ਕਾਲ ਤੋਂ ਪਹੁੰਚੋ ਆਣ, ਕਹਾਂ ਜਹ ਭਾਜ ਰੇ। ਉਹ ਮੂਰਖਾ ਕਿੱਥੇ ਭੱਜ ਲੈਂਦਾ ਮੌਤ ਕੋਲੋਂ? ਮੌਤ ਨੇ ਇੱਥੇ ਆਉਣਾ ਹੀ ਆਉਣਾ, ਹਟਾ ਵੀ ਸਚਾਈਏ। ਗੁਰੂ ਤੇਗ ਬਹਾਦਰ ਸਾਹਿਬ ਸੂਰਮੇ ਪੈਦਾ ਕਰਦੇ ਨੇ, ਸੂਰਮੇ ਨੇ। ਤੁਲਸੀਦਾਸ ਦਾ ਦੋਹਰਾ ਫਿੱਕਾ, ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਗੁਰੂ ਤੇਗ ਬਹਾਦਰ ਭਗਤੀ ਵਾਲੇ ਪੱਖ ਤੋਂ, ਦਾਤੇ ਵਾਲੇ ਪੱਖ ਤੋਂ, ਸੂਰਮੇ ਵਾਲੇ ਪੱਖ ਤੋਂ ਕਮਾਲ। ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਜਿਹੜਾ ਨਾ, ਗੁਰਦੁਆਰੇ ਦਾ ਨਾਂ ਹੈ ਗੁਰੂ ਕੇ ਮਹਿਲ। ਮੈਨੂੰ ਨਹੀਂ ਪਤਾ ਤੁਹਾਡੇ ਕਿੰਨੇ ਕੁ ਜਾਣੇ ਕਿ ਅਕਾਲ ਤਖਤ ਸਾਹਿਬ ਦੇ ਪਿੱਛੇ ਨੂੰ ਗਲੀ ਜਾਂਦੀ ਹੈ, ਬਾਜ਼ਾਰ ਦੇ ਵਿੱਚ ਭੀੜੀ ਜੀ ਗਲੀ ਹੈ, ਭੀੜਾ ਤੰਗ ਜਿਹਾ ਬਾਜ਼ਾਰ। ਉੱਥੇ ਜ਼ਿਆਦਾਤਰ ਚੂੜੇ ਵਿਕਦੇ ਨੇ ਬੀਬੀਆਂ ਦੇ ਵਿਆਹ ਦੇ ਵੇਲੇ। ਜ਼ਿਆਦਾ ਦੁਕਾਨਾਂ ਚੂੜਿਆਂ ਨਾਲ ਹੀ ਭਰੀਆਂ ਹੋਈਆਂ।
ਅੱਗੇ ਜਾ ਕੇ ਗੁਰੂ ਕੇ ਮਹਿਲ ਗੁਰਦੁਆਰਾ ਆਉਂਦਾ, ਗੁਰੂ ਹਰਗੋਬਿੰਦ ਸਾਹਿਬ ਦੇ ਮਕਾਨ ਜਿੱਥੇ ਸਤਿਗੁਰੂ ਵਸੇਬਾ ਕਰਦੇ ਸੀ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ 1 ਅਪ੍ਰੈਲ 1621 ਨੂੰ ਅੰਮ੍ਰਿਤ ਵੇਲੇ ਜਨਮ ਹੋਇਆ, ਪ੍ਰਕਾਸ਼ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜਦੋਂ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਆਪਣੇ ਮਹਿਲਾਂ 'ਚ ਗਏ, 5ਵੇਂ ਪੁੱਤਰ ਦੀ ਖਬਰ ਮਿਲੀ। 5ਵੇਂ ਪੁੱਤਰ ਦੀ, ਗੁਰੂ ਤੇਗ ਬਹਾਦਰ ਸਾਹਿਬ ਦੇ 4 ਪੁੱਤ ਪਹਿਲਾਂ ਵੀ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਇਹ ਸਭ ਤੋਂ ਛੋਟੇ ਨੇ। ਇੱਕ ਇਹਨਾਂ ਦੀ ਭੈਣ ਹੈ ਬੀਬੀ ਬੀਰੋ। ਗੁਰੂ ਹਰਗੋਬਿੰਦ ਸਾਹਿਬ ਦੇ 6 ਬੱਚੇ ਸੀਗੇ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ। ਜਦੋਂ ਜਨਮ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਘਰ ਜਾਂਦੇ ਨੇ ਨਾ, ਤੇ ਬਾਲਕ ਨੂੰ ਵੇਖ ਕੇ ਚਿਹਰਾ ਮੋਰਾ ਹੱਸ ਪਏ, ਤੇ ਸਾਹਿਬ ਨੇ ਉਦੋਂ ਬਚਨ ਕੀਤੇ ਸੀ, ਉਹ ਧੰਨ ਆ ਜਿਹੜੇ ਦੂਜਿਆਂ ਦਾ ਪਰਦਾ ਕੱਚਦੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲੀ ਵਾਰੀ ਚਿਹਰਾ ਤੱਕ ਕੇ ਇਹ ਗੱਲ ਕਹੀ ਸੀ, ਉਹ ਧੰਨ ਨੇ ਜਿਹੜੇ ਦੂਜਿਆਂ ਦਾ ਪਰਦਾ ਕੱਜਦੇ ਨੇ। ਸੱਚ ਜਾਣਿਓ, ਸਾਨੂੰ ਤਾਂ ਸਵਾਦ ਹੀ ਬੜਾ ਆਉਂਦਾ ਦੂਜਿਆਂ ਦੇ ਪਰਦੇ ਲਾ ਕੇ, ਦੂਜੇ ਦੇ ਔਗਣ ਦੱਸ ਬੜਾ ਸਵਾਦ ਆਨੰਦ ਆਉਂਦਾ। ਫਲਾਨਾ ਤਾਂ ਇੱਥੋਂ ਮਾੜਾ ਮਕਾਨਾ, ਉਹ ਤਾਂ ਸ਼ਰਾਬੀ ਵੀ, ਉਹ ਤਾਂ ਯਾਸ਼ ਵੀ, ਤੇ ਆ ਵੀ, ਤੇ ਉਹ ਵੀ, ਫਿਰ ਮਸਾਲੇ ਲਾਉਣ ਲੱਗ ਸਵਾਦ। ਗੁਰੂ ਕਹਿਣ ਲੱਗੇ, ਉਹ ਧੰਨ ਆ ਜਿਹੜੇ ਦੂਜਿਆਂ ਦੇ ਪਰਦੇ ਕੱਜਦੇ ਨੇ। ਔਰ ਸੱਚ ਕੀਤਾ ਹੀ। ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਪੜ੍ਹੋ। ਬਾਬਾ ਗੁਰਦਿੱਤਾ ਜੀ ਵੱਡੇ ਭਰਾ ਦਾ ਵਿਆਹ ਸੀ, ਆਨੰਦ ਕਾਰਜ ਸੀਗਾ, ਤੇ ਇਹ ਤੇ ਸਾਖੀ ਬੜੀ ਪ੍ਰਚਲਿਤ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਛੋਟੀ ਉਮਰੇ, ਹਲੇ ਬਚਪਨਾ ਸੀਗਾ, ਤੇ ਵੱਡੇ ਭਰਾ ਦਾ ਵਿਆਹ। ਤੇ ਆਪਾਂ ਨੂੰ ਪਤਾ ਜਦੋਂ ਬਰਾਤ ਤੁਰਦੀ ਆ ਤੇ ਆਲੇ ਦੁਆਲੇ ਆਂਢ ਗੁਆਂਢ ਕੋਠਿਆਂ ਤੇ ਚੜ੍ਹ ਕੇ ਦੇਖਦੇ ਨੇ ਬਰਾਤ ਤੁਰਦੀ, ਗਲੀਆਂ 'ਚ ਖੜ ਕੇ ਲੋਕੀ ਬਰਾਤ ਤੁਰਦੀ ਦੇਖਦੇ ਨੇ, ਤੇ ਕਿੰਨੇ ਜਾਣੇ ਇਕੱਠੇ। ਦੇਖਣ ਵਾਲਿਆਂ ਵਿੱਚ ਇੱਕ ਗਰੀਬ ਜਿਹਾ ਬੱਚਾ, ਗੁਰੂ ਤੇਗ ਬਹਾਦਰ ਸਾਹਿਬ ਦਾ ਹਮ ਉਮਰ ਛੋਟਾ ਜਿਹਾ, ਬਸ ਪਿੰਡੇ ਤੋਂ ਲੰਘਾ, ਬਰਾਤ ਦੇਖਣ ਲਈ ਅੱਗੇ ਜਿਹਨੂੰ ਆਉਂਦਾ, ਫਿਰ ਉਹਨੂੰ ਚੇਤਾ ਆਉਂਦਾ ਮੇਰੇ ਤਾਂ ਤਨ ਤੇ ਕੱਪੜਾ ਹੀ ਕੋਈ ਨਹੀਂ, ਫੇਰ ਸੰਗ ਕੇ ਪਿੱਛੇ ਜਿਹਨੂੰ ਚੱਲ ਜਾਂਦਾ। ਫੇਰ ਅੱਗੇ ਨੂੰ ਆਉਂਦਾ, ਦੇਖ ਚਾਅ ਸੀ ਨਾ, ਮੋਰਿਆ ਬੱਚਾ ਸੀ, ਉਹ ਫੇਰ ਸੰਗ ਕੇ ਪਿੱਛੇ ਚਲੇ ਜਾਂਦਾ। ਕੋਈ ਨਹੀਂ ਧਿਆਨ ਦੇ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦੀ ਨਿਗਾਹ ਪਈ ਉਸ ਬੱਚੇ ਦੇ ਵੀ ਇਹ ਆਉਂਦਾ, ਸ਼ਰਮਾ ਕੇ ਫੇਰ ਪਿੱਛੇ ਚਲੇ ਜਾਂਦਾ। ਉਹਦੀ ਬਾਂਹ ਫੜੀ, ਸਾਈਡ ਤੇ ਲੈ ਗਏ, ਪਾਸੇ ਲੈ ਗਏ। ਗੁਰੂ ਤੇਗ ਬਹਾਦਰ ਸਾਹਿਬ ਹਣੀ ਸੀ, ਸਾਈਡ ਤੇ ਲਿਜਾ ਕੇ ਆਪਣੇ ਕੱਪੜੇ ਲਾਏ, ਉਹਦੇ ਗਲ ਪਾ ਕੇ ਆਪ ਕੱਪੜਿਆਂ ਤੋਂ ਬਿਨਾਂ ਹੋ ਗਏ, ਉਹਦਾ ਤਨ ਕੱਚ ਦਿੱਤਾ। ਹੁਣ ਸੁਭਾਵਕ ਆ ਬਰਾਤ ਤੁਰ ਰਹੀ ਆ। ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਦਾ ਨਾਮ ਵੀ ਮਾਤਾ ਨਾਨਕੀ ਆ। ਨਾਨਕੀਆਂ 2 ਨੇ ਗੁਰੂ ਇਤਿਹਾਸ ਅੰਦਰ, ਹੋਰ ਵੀ ਹੋ ਸਕਦੇ। ਇੱਕ ਤੇ ਗੁਰੂ ਨਾਨਕ ਸਾਹਿਬ ਦੀ ਭੈਣ ਬੀਬੇ ਨਾਨਕੀ, ਇੱਕ ਗੁਰੂ ਹਰਗੋਬਿੰਦ ਸਾਹਿਬ ਦੀ ਧਰਮ ਪਤਨੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ, ਉਹਦਾ ਨਾਮ ਵੀ ਨਾਨਕੀ ਆ। ਮਾਤਾ ਨਾਨਕੀ ਜੀ ਨੇ ਦੇਖਿਆ ਵੀ ਉਧਰੋਂ ਬਰਾਤ ਤੁਰਨ ਲਈ ਟਾਈਮ ਹੋਇਆ, ਤੇ ਇਧਰ ਪੁੱਤ ਨੇ ਆ ਵੱਖਰੇ ਕੰਮ ਕਰ ਛੱਡਿਆ, ਕੱਪੜੇ ਲਾ ਕੇ ਉਹਦੇ ਪਵਾਤੇ, ਤੇ ਗੁੱਸਾ ਆਉਣਾ ਸੁਭਾਵਕ ਆ। ਚੁੱਕ ਕੇ ਪੁੱਤ ਨੂੰ ਲੈ ਗਏ ਗੁਰੂ ਹਰਗੋਬਿੰਦ ਸਾਹਿਬ ਕੋਲ, ਕਹਿਣ ਲੱਗੇ ਲਓ ਸਤਿਗੁਰੂ ਆ ਤੁਹਾਡੇ ਲਾਲ ਨੇ ਵੀ ਚੰਦ ਚਾੜਿਆ, ਇੰਨੀ ਛੇਤੀ ਤਾਂ ਕੱਪੜੇ ਵੀ ਨਵੇਂ ਬਣਨੇ ਆਏ। ਤੇ ਸਤਿਗੁਰੂ ਨੇ ਗੋਦੀ 'ਚ ਲਿਆ, ਹੱਸ ਕੇ ਕਹਿਣ ਲੱਗੇ ਪੁੱਤ ਜਿਹੜੀ ਡਿਊਟੀ ਰੱਬ ਨੇ ਲਾਈ ਉਹ ਸ਼ੁਰੂ ਵੀ ਕਰਤੀ ਕਰਨੀ, ਦੂਜਿਆਂ ਦਾ ਨੰਗੇਜ ਕੱਢਣਾ ਸ਼ੁਰੂ ਕਰਤਾ। ਇਸ ਲਈ ਕਹਿ ਰਿਹਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ, ਧਰਮ ਦੀ ਚਾਦਰ। ਉਹਨੂੰ ਵੇਖਿਆ ਨਹੀਂ ਵੀ ਕਿਹੜੀ ਜਾਤ ਦਾ, ਕਿਹੜੀ ਬਰਾਦਰੀ ਦਾ, ਕਿਹੜੇ ਧਰਮ ਨੂੰ ਮੰਨਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਨੰਗੇਜ ਕੱਜਿਆ, ਤੇ ਬਾਪੂ ਬੜੇ ਮਾਣ ਨਾਲ ਕਹਿੰਦਾ ਸੀ, ਕਹਿਣ ਲੱਗਾ ਪੁੱਤ ਜਿਹੜੇ ਕੰਮ ਲਈ ਰੱਬ ਨੇ ਭੇਜਿਆ ਸ਼ੁਰੂ ਵੀ ਕਰਤਾ। ਗੁਰੂ ਤੇਗ ਬਹਾਦਰ ਦੀ ਸ਼ਖਸੀਅਤ ਨੂੰ ਪੜ੍ਹੋ। ਸੰਗਤਾਂ ਨੇ ਸਵਾਲ ਕਰਤਾ ਗੁਰੂ ਹਰਗੋਬਿੰਦ ਸਾਹਿਬ ਨੂੰ, ਕਹਿਣ ਲੱਗੇ ਸਤਿਗੁਰੂ ਸਾਹਿਬਜ਼ਾਦੇ ਤਾਂ 4 ਹੋਰ ਵੱਡੇ ਆ, ਪਰ ਆ 5ਵੇਂ 'ਚ ਇੱਕ ਚੀਜ਼ ਦੇਖੀ ਵੀ ਜਦੋਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਨਾ, ਤੁਹਾਡੇ ਛੋਟੇ ਸਾਹਿਬਜ਼ਾਦੇ ਤਿਆਗਮੱਲ ਜੀ, ਤੇਗ ਬਹਾਦਰ ਜਿਨ੍ਹਾਂ ਨੂੰ ਕਹਿੰਦੇ, ਉਹ ਜਦੋਂ ਛੋਟੇ ਸਾਹਿਬਜ਼ਾਦੇ ਤੁਹਾਡੇ ਕੋਲ ਆਉਂਦੇ ਨਾ ਦਰਬਾਰ ਵਿੱਚ, ਤੇ ਅਸੀਂ ਹੈਰਾਨ ਹੋਈਦਾ, ਬੜੀ ਨੀਵੀਂ ਪਾ ਕੇ ਨਿਮਰਤਾ ਨਾਲ ਆਉਂਦੇ ਨੇ, ਥੱਲੇ ਨੂੰ ਨਿਗਾਹ ਕਰਕੇ, ਧੌਣ ਚੁੱਕੀ ਨਹੀਂ ਦਿੱਤੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਉਹਨੇ ਪੁੱਛੇ ਪੁੱਤ ਵੀ। ਦੂਏ ਦਿਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਏ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਪੁੱਤਰ ਸੰਗਤਾਂ ਦਾ ਇੱਕ ਸਵਾਲ ਦੱਸੋ ਪਿਤਾ ਜੀ। ਇਹ ਪੁੱਛਦੇ ਨੇ ਵੀ ਜਦੋਂ ਵੀ ਤੂੰ ਆਉਣਾ ਸੰਗਤ ਦੇ ਵਿੱਚ ਨੀਵੀਂ ਪਾ ਕੇ, ਸਿਰ ਥੱਲੇ ਕਰਕੇ, ਅੱਖਾਂ ਨੀਵੀਆਂ ਕਰਕੇ ਕਿਉਂ ਆਉਣਾ? ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਸੱਚ ਇਹ ਹੈ ਗੁਰੂ ਅੰਤਰਜਾਮੀ ਹੈ,
ਗੁਰੂ ਸਾਡੇ ਅੰਦਰਲੀਆਂ ਬੁੱਝਦਾ ਸੀ, ਕਿੰਨੇ ਕੁ ਔਗਣਾਂ ਵਾਲੇ ਆ, ਕਿੰਨੇ ਕੁ ਗੁਨਾਹਗਾਰ ਹਾਂ। ਸਤਿਗੁਰੂ ਸਾਡੀ ਕੀ ਪਾਇਆ ਤੇਰੀ ਅੱਖ ਚੱਕ ਪਾ ਸਕੀਏ, ਤੇਰੇ ਸਾਹਮਣੇ ਧੌਣ ਸਿੱਧੀ ਕਰ ਸਕੀਏ। ਮੈਂ ਇਸ ਲਈ ਨੀਵੀਂ ਪਾ ਕੇ ਆਉਣਾ, ਸਾਡੀ ਪਾਇਆ ਨਹੀਂ ਵੀ ਤੇਰੇ ਸਾਹਮਣੇ ਸਿੱਧੀ ਧੌਣ ਕਰਕੇ ਆ ਸਕੀਏ। ਗੁਰੂ ਤੇਗ ਬਹਾਦਰ ਸਾਹਿਬ ਨੇ ਸਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦ ਕਾਰਜ ਮਾਤਾ ਗੁਜਰ ਕੌਰ ਦੇ ਨਾਲ ਹੋਇਆ। ਮਾਤਾ ਗੁਜਰੀ ਜਿਨ੍ਹਾਂ ਨੂੰ ਕਹਿੰਦੇ, ਅੰਮ੍ਰਿਤ ਛਕਣ ਤੋਂ ਬਾਅਦ ਗੁਜਰ ਕੌਰ ਬਣੀ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਾਲ ਚੰਦ ਦੀ ਬੇਟੀ ਸੀ, ਜਿਹਦੇ ਪਿਤਾ ਦਾ ਨਾਮ ਮਾਤਾ ਗੁਜਰੀ ਦੇ ਲਾਲ ਚੰਦ ਸੀ। ਔਰ ਕਮਾਲ ਇਹ ਹੈ ਵੀ ਅਸੀਂ ਕਈ ਵਾਰੀ ਇਸਤਰੀ ਜਾਤੀ ਦੇ ਨਾਲ ਧੱਕਾ ਕਰੀਦਾ ਵੀ ਬੀਬੀਆਂ ਦਾ ਕਿੱਥੇ ਵੀ, ਇਹ ਤਾਂ ਇਹ ਲਫ਼ਜ਼ੀ ਪੁੱਠੇ ਸਿੱਧੇ ਵਰਤ ਜਾਂਦੇ, ਮੈਂ ਨਹੀਂ ਵਰਤਦਾ। ਹੁਣ ਮਾਂ ਦਾਦੀ ਗੁਜਰ ਕੌਰ ਵੱਲ ਜਦੋਂ ਵੇਖੀਦਾ ਨਾ, ਆਹਾ ਅੱਜ ਇੱਕ ਦਿਨ ਵੈਸੇ ਚਾਹੀਦਾ ਇਕੱਲਾ ਹੀ ਦਾਦੀ ਮਾਂ ਦੇ ਉੱਤੇ, ਫਿਰ ਸਵਾਦ ਆਉਂਦਾ। ਪਰ ਛੋਟੇ ਰੂਪ 'ਚ ਬੇਨਤੀ ਕਰਾਂਗਾ, ਦਾਦੀ ਮਾਂ ਗੁਜਰ ਕੌਰ ਵੱਲ ਦੇਖੀਦਾ ਨਾ ਤੇ ਇਤਿਹਾਸ ਇਹ ਕਹਿੰਦਾ ਵੀ ਆਨੰਦ ਕਾਰਜ ਤੋਂ ਬਾਅਦ ਸਾਲ ਛੱਡੋ, ਦੂਜਾ ਸਾਲ ਆ ਜਾ ਤੇ ਸਾਡੇ ਘਰਾਂ 'ਚ ਗੱਲ ਹੋਣ ਲੱਗ ਪੈਂਦੀ, ਕੀ ਗੱਲ, ਵਿਆਹ ਹੋਏ ਨੂੰ 2 ਵਰੇ ਲੰਘ ਗਏ ਵੀ ਕੋਈ ਨਿਆਣਾ ਹੀ ਨਹੀਂ। ਔਰ ਕਮਾਲ ਇਹ ਹੈ ਵੀ ਬੰਦੇ ਤੇ ਉਂਗਲ ਨਹੀਂ ਚੁੱਕੀ ਜਾਂਦੀ, ਬੀਬੀ ਤੇ ਚੁੱਕੀ ਜਾਂਦੀ ਹੈ ਵੀ ਇਹ ਠੀਕ ਆ, ਇਹਦਾ ਹੱਥ ਥੋੜਾ ਕਰਾਓ, ਕਦੇ ਦਿਖਾੜੋ ਬਾਬੇ ਨੂੰ, ਸਾਧ ਨੂੰ, ਕਦੇ ਜੋਤੀ ਬੈਦ ਹਕੀਮ ਨੂੰ। ਬੰਦੇ ਤੇ ਨਹੀਂ ਉਂਗਲ ਚੁੱਕੀ ਜਾਂਦੀ, ਬੀਬੀ ਤੇ। ਹੈਰਾਨੀ ਇਸ ਗੱਲ ਦੀ ਵੀ 32 ਸਾਲ ਬਾਅਦ ਆਨੰਦ ਕਾਰਜ ਤੋਂ 32 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ। 32 ਸਾਲ ਬਾਅਦ ਇਤਿਹਾਸ ਪੜ੍ਹ ਕੇ ਵੇਖੋ। ਤੇ ਦਾਦੀ ਮਾਂ, ਸਾਡੀ ਮਾਂ ਗੁਜਰ ਕੌਰ ਦਾਦੀ ਨੇ ਇੱਕ ਵਾਰ ਵੀ ਪਤੀ ਨੂੰ ਉਲਾਂਭਾ ਨਹੀਂ ਦਿੱਤਾ ਵੀ ਦੂਜਿਆਂ ਨੂੰ ਪੁੱਤ ਪੋਤੇ ਵੰਡਣ ਵਾਲਿਆ, ਦਾਤਾਂ ਦੀਆਂ ਝੜੀਆਂ ਲਾਉਣ ਵਾਲਿਆ, ਮੇਤੇ ਵੀ ਕਿਰਪਾ ਕਰ। ਉਹ ਸਦਾ ਸ਼ੁਕਰਾਨੇ ਦੀ ਮੋੜ ਸੀ, ਉਹ ਸਦਾ ਹੁਕਮ ਰਦਾਈ ਚੱਲਣਾ, ਨਾਨਕ ਲਿਖਿਆ ਨਾਲ ਨੂੰ ਸਮਝਣ ਵਾਲੀ, ਕਦੇ ਉਲਾਂਭਾ ਨਹੀਂ, ਕਦੇ ਉਲਾਂਭਾ ਨਹੀਂ ਕਰ। ਉਹ ਦਾਦੀ ਮਾਂ ਸਾਡੀ ਮਾਂ ਗੁਜਰ ਕੌਰ ਪਤਾ ਕਿਹੋ ਜਿਹੀ ਸ਼ਖਸੀਅਤ ਸੀ, ਕਦੇ ਪੜ੍ਹ ਕੇ ਵੇਖੋ ਉਹਦੇ ਜੀਵਨ ਨੂੰ। ਦਾਦੀ ਤੇ ਉਹ ਸ਼ਖਸੀਅਤ ਹੈ ਜਿਹਦਾ ਪਤੀ ਸ਼ਹੀਦ ਹੈ, ਜਿਹਦਾ ਪੁੱਤ ਸ਼ਹੀਦ ਹੈ, ਜਿਹਦੇ ਪੋਤੇ ਸ਼ਹੀਦ ਨੇ। ਇੱਥੇ ਬਸ ਨਹੀਂ, ਉਹਦਾ ਸਕਾ ਭਰਾ ਸ਼ਹੀਦ ਹੈ ਕਿਰਪਾਲ ਚੰਦ, ਕੱਲਾ ਉਹ ਹੀ ਨਹੀਂ, ਉਹਦੇ ਸਕੇ ਭਾਣਜੇ, ਉਹਦੀ ਨਨਾਣ ਬੀਬੀ ਬੀਰੋ ਦੇ ਪੁੱਤ ਸੰਗੋ ਸ਼ਾਹ ਵਰਗੇ 20 ਸ਼ਹੀਦ ਨੇ। ਦਾਦੀ ਮਾਂ ਗੁਜਰ ਕੌਰ ਇਹੋ ਜਿਹੀ ਸ਼ਖਸੀਅਤ ਹੈ। ਦਾਦੀ ਮਾਂ ਉਹ ਸ਼ਖਸੀਅਤ ਹੈ ਜਿਹੜੀ ਆਪਣੇ ਪੁੱਤ ਨੂੰ ਛੋਟੇ ਹੁੰਦਿਆਂ ਪਟਨਾ ਸਾਹਿਬ ਦੇ ਅੰਦਰ ਇਹ ਲੋਰੀਆਂ ਸੁਣਾਉਂਦੀ ਰਹੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆ ਭਾਈ ਸਾਹਿਬ ਸ਼ਬਦ ਪੜ੍ਹਦੇ ਗਏ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ। ਅਸੀਂ ਤਾਂ ਪੁੱਤ ਨੂੰ ਗਾਣੇ ਸੁਣਾਉਣੇ ਆ ਵੀ ਕਿਹੜਾ ਅੰਕਲ ਆਇਆ ਪੁੱਤ ਗਾਣਾ ਸੁਣਾ, ਉਹ ਵੀ ਬੇਨਤਾ ਕਰ ਜਾਏਗਾ ਚੌੜਾ ਜਿਹਾ ਕੇ ਲੈ ਵੀ ਅੰਕਲ ਨੂੰ ਗਾਣਾ ਸੁਣਾ। ਪੁੱਤ ਨੂੰ ਲੋਰੀਆਂ ਵੀ ਕਾਹਦੀਆਂ, ਗੁਰਬਾਣੀ ਦੀਆਂ, ਜੋ ਨਰ ਦੁੱਖ ਮੈਂ ਦੁੱਖ ਨਹੀਂ, ਇਹਨਾਂ ਚੀਜ਼ਾਂ ਤੋਂ ਉੱਪਰ ਸੁਣਾ। ਔਰ ਕਮਾਲ ਇਹ ਦਾਦੀ ਮਾਂ ਗੁਜਰ ਕੌਰ ਦੀ ਬਖਸ਼ਿਸ਼ ਸੀ, ਪੁੱਤ ਨੂੰ ਲੋਰੀਆਂ ਸੁਣਾਈਆਂ ਸੀ, ਸਾਹਮਣੇ ਪਿਤਾ ਦਾ ਸੀਸ ਕੱਟਿਆ ਆਇਆ ਸੀ ਤੇ ਪੁੱਤ ਦੀ ਅੱਖ ਚੋਂ ਇੱਕ ਵੀ ਤਿਪਕਾ ਨਹੀਂ ਸੀ ਡਿੱਗਿਆ, ਹੰਝੂ ਨਹੀਂ ਸੀ ਡਿੱਗੇ, ਪਾਣੀ ਨਹੀਂ ਸੀ ਨਿਕਲਿਆ। ਮਾਂ ਨੇ ਇਹ ਲੈਸਨ ਪੜਾਇਆ ਹੋਇਆ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਇਹ ਸਾਡੀ ਦਾਦੀ ਮਾਂ ਦੀ ਘਾਲਣਾ। ਦਾਦੀ ਮਾਂ ਉਸ ਇਮੇਜਿਨ ਕਰੋ ਕਦੇ, ਦਾਦੀ ਮਾਂ ਨੂੰ ਸਾਡੀ ਨੂੰ ਪਤਾ ਕਿ ਮੇਰਾ ਪਤੀ ਜਾ ਰਿਹਾ ਦਿੱਲੀ ਸੀਸ ਦੇਣ ਦੇ ਲਈ, ਸਾਰਿਆਂ ਨੂੰ ਪਤਾ ਵੀ ਇਹਨੇ ਮੁੜ ਕੇ ਨਹੀਂ ਆਉਣਾ। ਆਪਾਂ ਤਾਂ ਉਹਦੀ ਕਲਪਨਾ ਹੀ ਕਰ ਸਕਦੇ, ਕਲਪਨਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ, ਇਮੇਜਿਨ ਹੀ ਨਹੀਂ ਕੀਤਾ ਜਾ ਸਕਦਾ, ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਵੀ ਇਹਨੇ ਜਾਣਾ, ਇਹਨੇ ਮੁੜ ਕੇ ਨਹੀਂ ਆਉਣਾ। ਕੀ ਦਿਲ ਤੇ ਬੀਤਦੀ ਹੋਏਗੀ ਇਹ ਜਿਹੜਾ ਜਾ ਰਿਹਾ ਇਹਨੇ ਪਰਤ ਕੇ ਨਹੀਂ, ਇਹਨੂੰ ਅਸੀਂ ਮੁੜ ਕੇ ਅਸੀਂ ਦੇਖਣਾ ਵੀ ਨਹੀਂ ਗਾ। ਹੁਣ ਉਹ ਮਾਂ ਗੁਜਰ ਕੌਰ ਜਿਹੜੀ ਆਪਣੇ ਪੋਤਿਆਂ ਨੂੰ ਇਹ ਮੱਤ ਦਿੰਦੀ ਹੈ, ਬੱਚਿਓ ਸੂਬੇ ਦੀ ਕਚਹਿਰੀ 'ਚ ਚੱਲੇ ਹੋਣਾ, ਇੰਨਾ ਕੁ ਚੇਤੇ ਰੱਖੋ ਤੁਹਾਡੇ ਦਾਦੇ ਦੀ ਪੱਗ ਬੜੀ ਸੁੱਚੀ ਹੈ। ਕਦੇ ਕਿਹਾ ਅੱਜ ਦੀਆਂ ਦਾਦੀਆਂ ਨੇ, ਉਹ ਤਾਂ ਦਾਦੀਆਂ ਹੀ ਮੁੱਕ ਗਈਆਂ, ਸਾਡੇ ਘਰਾਂ 'ਚੋਂ ਮਾਵਾਂ ਮੁੱਕ ਗਈਆਂ ਜਿਹੜੀਆਂ ਆਪਣੇ ਨਿਆਣਿਆਂ ਨੂੰ। ਮੇਰੇ ਕਾਲਜ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨੇ ਇੱਕ ਨਾਅਰਾ ਦਿੱਤਾ ਪਿਛਲੇ ਸਾਲ, ਬੱਚਿਆਂ ਦੀ ਰਾਖੀ ਰੋਜ਼ ਇੱਕ ਸਾਖੀ। ਜੀ ਚਾਹੁੰਦੇ ਹੋ ਬੱਚੇ ਤੁਹਾਡੇ ਆਗਿਆਕਾਰ ਨਿਕਲਣ, ਬੱਚੇ ਤੁਹਾਡੇ ਸਿੱਖੀ ਨਾਲ ਜੁੜੇ ਰਹਿਣ, ਤੇ ਇੱਕੋ ਇੱਕ ਚੀਜ਼ ਚੇਤੇ ਰੱਖ ਲਿਓ, ਬੱਚਿਆਂ ਦੀ ਰਾਖੀ ਰੋਜ਼ ਇੱਕ ਸਾਖੀ। ਬਚ ਜਾਣਗੇ, ਇਹਨਾਂ 'ਚ ਭਰੋ, ਇਹਨਾਂ 'ਚ ਭਰੋ। ਦਾਦੀ ਨੇ ਕਿਹਾ ਸੀ ਦਾਦੇ ਦੀ ਪੱਗ ਬੜੀ ਸੁੱਚੀ ਹੈ, ਤੇ ਪੁੱਤਰਾਂ ਨੇ ਪੱਗ ਨਹੀਂ ਸੀ ਝੁਕਾਈ, ਸੂਬੇ ਦੇ ਦਰਬਾਰ 'ਚ ਜੁੱਤੀ ਵਾਲਾ ਪੈਰ ਲੰਘਾਇਆ ਸੀ। ਦਾਦੀ ਦੀ ਸਿੱਖਿਆ ਕਿਤੇ ਕਿਤੇ ਹੈ, ਇਹ ਨਹੀਂ ਮੁੱਕ ਗਈਆਂ, ਹੈ ਵੀ ਆਪਣੀ।
मैं तो सवेरे ध्यान नहीं किया, राती एक मैनू मैसेज आया होया, वो भैन बनी हुई मेरी छत्तीसगढ़ रायपुर, 5 साल का वो पोता आया, वो सवाल कई बार मैं भी हैरान हो जाता। वो मैंने सवाल पूछ लिया भी दादू जी, वो दादू कहता मैंने, वो हिंदी बोलता, दादू जी गुरु अंगद साहब ने भाई लैणी के रूप च पहला शब्द केड़ा सुनिया सी, वो आप उधर पढ़िया सी ना, जित सेवे सुख पाइए। दूजा सवाल मेरे लिए औखा सीगा, दादू जी गुरु अंगद साहब दे आसा दी वार च किन्ने श्लोक आ? वो 5 साल के बच्चे नूं जवाब देने मैनू पढ़ना पिया, खोलना पिया सारा कुछ उदों ही, पढ़ के मैंने जवाब देना पिया। वो मैनू अज पता लगा भी आसा दी वार च गुरु अंगद साहब दे 21 श्लोक आ, मैनू नहीं सी पहला पता। ये वो दादी करा रही है, मैनू मां ने उस भैन के उत्ते, दादी 5 साल का ने पोता वा। वो कई बार मेरा समा हो जाएगा, मैंने क्षमा करियो कि 1-2 बार तो उन्हें सवाल इदा ने करते भी मैं उन्हें दसा जवाब किदा लवां। मैं कई बार उदाहरण देना, वो बच्चा मैंने सवाल करता, दादू ये जो जो जपजी साहब में नानक लफ्ज आया है, एक के नीचे वो बड़ी ओ की मात्रा, एक छोटी, वो हिंदी च बोलता, इदा कह लो भी एक नानक के थले औंकड़ आया, एक दी सिहारी लगी, एक मुक्ता, कोई ग्रामर का मुक्ता, भी नानक लफ्ज 3 रूपां च क्यों आ? मैं उन्हें तेनों भी जवाब दे सकता। वो दादी कहती क्यों? मैं क्या ग्रामर का नुकता, इन बच्चे को किदा समझा दांगा भी नाउन की होंदा, प्रनाउन की होंदा, नाम प्रनाम बारे किदा दसदा, सिहारियां बिहारियां इनू पता ही नहीं। जो वड्डा होएगा, क्योंकि इहदा सवाल है निक्का सवाल, इहदा वड्डियां वाला ग्रैजुएशन वाला सवाल, ते इह तां नर्सरी च भी बेचारा मसी तुरिया फिरदा। वो इहो जिहियां दादियां चाहीदियां। साडी दादी मां माता गुजर कौर वो है, पति का सीस आया होवे ते रोई नहीं, उन्हें एक गल कही सी, उदण कहण लगी, दातिया किरपा करी जिद्दां तेरी निभ गई है, मेरी भी इदां ही निभ जावे, मेरी भी सिक्खी इदां ही निभ जाए जिद्दां तेरी निभ गई है। वो गुरु तेग बहादुर साहब जी, असीं तां किद्दां कह सकदे इस्त्री जाति नूं भी इस्त्रियां तां नीवियां हुंदियां ने, मर्द दिमाग घट आ, बॉडी का तरीका रब ने बनाया, तो बखरा बखरा कोई फर्क ही नहीं। सानू तो लिख के दिता भी सो क्यों मंदा आखिए, मंदा आखी माड़ा कि कह सकता, जित जमे राजान, जेरी भुख तो मां दे तू जमा, तू मां नूं माड़ा कि मैं लख लाण ते तो मां ही चाहती पहले लप दिंदी है, जमदी नहीं। इदा तो जोगी करते हैं, मैं तो कितनी मिसालां दे सकदा तुहानूं। मां गुजर कौर नाल जिदन ब्याह होया गुरु तेग बहादुर साहब का, उन्होंने पिता ने एक गल कही सी गुरु हरगोबिंद साहब ने, सच्चे पातशाह असीं कुछ दे नहीं सके। गुरु तेग बहादुर साहब के जीवन च कुछ चीज़ां जिहड़ियां शायद तुसीं ना बचियां। गुरु तेग बहादुर साहब के पिता गुरु हरगोबिंद साहब ने भाई लाल चंद नूं, मां गुजर कौर के बापू नूं इन्नी गल कही सी, भरावा जिन्हें अपनी जम के धी दूजे नाल तोड़ती, उन्हें लुको के पिछे की रखिया, इज्जत तोड़ती। वो लफ्ज ने इतिहास लिखे, जै तन्या अर्पण कीनन तै पाछे क्या रख लीनन, पिछे की बचा के रखिया, जिन्हें अपनी इज्जत तोड़ी दूजे नाल। तू की सोचदा भी दाज दिते सूत आउणा? गुरु तेग बहादुर साहब का प्रकाश दिहाड़ा मनाउण वालिओ, पता नहीं किन्ने जने तुहाडे अंदरों खिमा कर दिओ, तुहाडे दा मतलब तुसीं नहीं, मैं वर्ल्ड वाइज गल कर रहा, तुसीं अपने ते कल्ले ला के गए, पर है मुंडा कुड़ी इत्थों विआउण जाना, उत्थे सौदा होना भी इन्ने लख, मैं आम वेखे दुनिया अंदर विचरदी, इन्ने लख रुपया दोगे तुहाडी कुड़ी भी बाहर निकाला, तुहाडा मुंडा भी हो रहा सारा कुछ। ये तो भला होवे, सियाणे कहंदे आईलैट्स का जिन्हें सारा सियापा ही निबेड़ दिता, आईलैट्स ने कख नहीं रहण दित्ती, जात पात, सानू कुड़ी चाहिदी आईलैट्स कीती, बस ये नहीं रखनी, पर मुंडा बाहर जाना चाहिए, किले बेचण नूं तैयार है। रब भी कमाल है, सानू उत्थे सिੱਟੇਗਾ जे असीं उदा फुकरे बन जावांगे, फलाने हुंदे जी टमकाने हुंदे आ, ते जदों मुंडा कुड़ी लव मैरिज कर लगे, वो भाई जी असीं कित्थे जात पात नूं मनदे, लै पहलां धौणा कढ़ा के कहंदा हुण ये होर ही पासे तुरे फिरदे, गुरु उपदेशां तो बहुत दूर आ। दाज मंगना लाहनत, हालांकि बाणी च लिखिया गया, हर प्रभ मेरे बाप दा हर देवो दान मैं दज, वो बाणी चो नाम की दाज मंगिया गया। धी नूं शुभ गुणा का दान देना, मां तो वो कख ना सिखा सकी, लाडली लाडली करके फूं फू करनी जरूर सिखाती, मेरी धी इन्नी पढ़ी लिखी इन्नी सुनखी, बस आह हंकार। गुरु साहब ने कहा सी जिन्हें धी देती उन्हें पिछे की रखिया। गुरु तेग बहादुर साहब चो इतिहास चो सानू सीखना पेगा।
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਸ਼ਖਸੀਅਤ ਨਹੀਂ ਜਿਹੜੇ ਬਾਬੇ ਬਕਾਲੇ ਰਹਿੰਦੇ ਨੇ। ਤੇ ਬਾਬੇ ਬਕਾਲੇ ਬਾਰੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਇੰਨੀ ਗੱਲ ਕਹੀ ਸੀ, ਬਾਬਾ ਵਸੈ ਨੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੰਭਾਲੇ। ਗੁਰੂ ਬਾਬੇ ਬਕਾਲੇ, ਔਰ ਕਦੇ ਇਸ ਚੀਜ਼ ਨੂੰ ਧਿਆਨ ਨਾ ਵਾਚੋ, ਪੰਜਾਬੀ ਦੇ ਅੰਦਰ ਦਾਦੇ ਨੂੰ ਬਾਬਾ ਕਿਹਾ ਜਾਂਦਾ। ਪੰਜਾਬੀ ਦੇ ਅੰਦਰ ਰੱਬ ਦੇ ਪਿਆਰੇ ਨੂੰ ਆਪਾਂ ਬਾਬਾ ਕਹਿੰਦੇ, ਆਪਣੇ ਤੋਂ ਵੱਡੇ ਬਜ਼ੁਰਗ ਨੂੰ ਬਾਬਾ ਕਹਿੰਦੇ, ਦਾਦੇ ਨੂੰ ਬਾਬਾ ਕਹਿੰਦੇ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਰਿਸ਼ਤੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਲੱਗਦੇ, ਗੁਰੂ ਤੇਗ ਬਹਾਦਰ ਦਾਦੇ ਲੱਗਦੇ ਨੇ। ਬਾਬਾ ਗੁਰਦਿੱਤਾ ਜੀ ਦੇ ਪੁੱਤ ਨੇ ਗੁਰੂ ਹਰਰਾਏ ਸਾਹਿਬ। ਬਾਬਾ ਗੁਰਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਭਰਾ ਨੇ ਨਾ, ਉਹਨਾਂ ਦੇ ਪੁੱਤ ਨੇ ਗੁਰੂ ਹਰਰਾਏ ਸਾਹਿਬ। ਇਧਰ ਗੁਰੂ ਗੋਬਿੰਦ ਸਿੰਘ ਦੋਨੇ ਭਰਾ ਲੱਗੇ ਨੇ, ਚਾਚੇ ਤਾਏ ਦੇ ਪੁੱਤ, ਤੇ ਗਾਂ ਉਹਨਾਂ ਦੇ ਪੋਤੇ ਬੱਚੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਲੱਗੇ ਨਾ। ਗੁਰੂ ਹਰਕ੍ਰਿਸ਼ਨ ਮਹਾਰਾਜ ਪੋਤਾ ਲੱਗਦੇ ਗੁਰੂ ਹਰ ਤੇਗ ਬਹਾਦਰ। ਇਸੇ ਲਈ ਕਹਿੰਦੇ ਬਾਬਾ ਬਸੈਂ ਦੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਕਲ ਸੁਖ। ਗੁਰੂਆਂ ਤੇ ਇੱਕ ਇੱਕ ਥਾਂ ਸਾਡੇ ਇਮਤਿਹਾਨ ਲਏ ਸੀਗੇ। ਸਾਨੂੰ ਕਿਹਾ ਬਾਬਾ ਬਕਾਲੇ, ਉੱਥੇ ਤਾਂ ਬਹੁਤ ਭੀੜਾਂ ਲੱਗੀਆਂ, 22 ਮੰਜੀਦਾਰ ਬਣ ਕੇ ਬਹਿ ਗਏ। ਤੇ ਗੁਰੂ ਵੀ ਕਮਾਲ ਹੀ, ਉਹ ਬਾਬੇ ਮੱਖਣ ਸ਼ਾਹ ਵਰਗੇ ਦਾ ਬੇੜਾ ਬਣੇ ਲੱਗਾ। ਉਹ ਵਿਚਾਰਾ ਮਸਤੀ ਨਾਲ ਗਾਉਂਦਾ ਹੁੰਦਾ, ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ। ਜਿੱਥੇ ਜਿੱਥੇ ਵੀ ਕੰਮ ਕਰ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ। ਨੇੜੇ ਹੋ ਕੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇਆ। ਸ਼ਬਦਾਂ ਨੂੰ ਪੜੋ ਤੁਸੀਂ, ਰਸ ਲੈ ਲੈ ਕੇ ਆਹਾ ਸਵਾਦ ਆਉਂਦਾ ਅੰਦਰੋਂ ਹੀ ਨਿਕਲਦਾ। ਵਾਹ ਸਵਾਦ ਨਾ ਕੱਲਾ ਇਹ ਨਹੀਂ ਵਾਹਿਗੁਰੂ ਵਾਹਿਗੁਰੂ ਨਹੀਂ ਹੁੰਦਾ ਹੈਗਾ, ਫਿਰ ਨਿਕਲੇਗਾ ਵਾਹਿਗੁਰੂ। ਕਮਾਲ ਹੈ ਤੂੰ ਯਾਰ। ਉਹ ਆ ਗਿਆ, ਜਦੋਂ ਦੇਖਿਆ ਵੀ ਇੱਥੇ ਤਾਂ ਬਾਈ ਬੈਠੇ ਆ ਮੰਜੀਆਂ ਲਾ ਕੇ, ਗੁਰੂ ਸੱਚਾ, ਹੁਣ ਕੀਤਾ ਕੀ ਜਾਵੇ। ਮੱਖਣ ਸ਼ਾਹ ਨੇ ਭਾਵਨਾ ਬਸ ਇਤਿਹਾਸ ਲਿਖਦਾ ਵੀ ਦੋ ਦੋ ਮੋਹਰਾਂ ਰੱਖਣੀਆਂ ਸ਼ੁਰੂ ਕਰਤੀਆਂ ਸਾਰਿਆਂ ਨੂੰ। ਕੋਈ ਕਹਿੰਦਾ ਇਹ ਰੱਬ ਕਿਰਪਾ ਕਰੇ ਤੇਰਾ ਕਾਰੋਬਾਰ ਬਣੇ, ਦੂਜਾ ਕਹਿੰਦਾ ਰੱਬ ਕਿਰਪਾ ਕਰੇ ਤੇਰਾ ਪਰਿਵਾਰ ਬਣੇ, ਤੀਜਾ ਕਹਿੰਦਾ ਰੱਬ ਤੈਨੂੰ ਧਨ ਵੱਧ ਦੇਵੇ। ਸਾਰੇ ਜਾਣਦੇ ਨੇ। ਤੇ ਮੱਖਣ ਸ਼ਾਹ ਸੋਚਦਾ ਵੀ ਕਮਾਲ ਆ ਵੀ ਕੋਈ ਕਾਰੋਬਾਰ, ਕੋਈ ਪਰਿਵਾਰ, ਕੋਈ ਧਨ ਦੌਲਤ ਵਾਧੇ ਕਹੀ ਜਾਂਦਾ, ਮੇਰਾ ਗੁਰੂ ਤਾਂ ਨਹੀਂ ਤਾਂ ਕਹਿੰਦਾ। ਮੇਰਾ ਗੁਰੂ ਤਾਂ ਜਦੋਂ ਖੁਸ਼ ਹੁੰਦਾ, ਮੇਰਾ ਗੁਰੂ ਜਦੋਂ ਪ੍ਰਸੰਨ ਹੁੰਦਾ, ਇੱਕ ਗੱਲ ਕਹਿੰਦਾ, ਉਹ ਸਿੱਖਾ ਤੈਨੂੰ ਨਾਮ ਚੇਤਾ ਆਵੇ, ਤੂੰ ਰੱਬ ਨਾਲ ਜੁੜ ਜਾਏ, ਤੈਨੂੰ ਨਾਮ ਚੇਤਾ ਆਵੇ। ਤੇ ਮੱਖਣ ਸ਼ਾਹ ਲੱਭਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਆਇਆ, ਸਾਹਮਣੇ ਰੱਖੀਆਂ ਦੋ ਮੋਹਰਾਂ, ਤੇ ਸਤਿਗੁਰੂ ਹੱਸ ਪਏ, ਕਿਉਂਕਿ ਇਹ ਬੜਾ ਵੱਡਾ ਸ਼ਾਹੂਕਾਰ ਸੀ, ਦਸਵੰਧ ਕੱਢਦਾ ਸੀਗਾ। ਨਹੀਂ ਤਾਂ ਦਸਵੰਧ ਕੱਢਣਾ ਵੀ ਛੱਡ, ਸਿੱਖ ਕੌਮ ਸੋਨੇ 'ਚ ਜੜਾ ਲਓ, ਇਹ ਗੁਰਦੁਆਰੇ ਜੜਦੇ ਨੇ ਸੋਨੇ 'ਚ, ਬੰਦਿਆਂ ਨੂੰ ਸੋਨੇ 'ਚ ਜੜਾ ਲਓ ਜੇ ਦਸਵੰਧ ਕੱਢਣ ਲੱਗ ਪਏ। ਦਸਵੰਧ ਆਪਣਾ ਕੱਢਣਾ ਗੁਰੂ ਬਖਸ਼ਿਸ਼ ਵੀ ਬੜੀ ਕਰਦਾ, ਮੈਂ ਤੇ ਦੇਖਿਆ। ਕੋਸ਼ਿਸ਼ ਹੁੰਦੀ ਕਿ ਲਿਖੀਏ ਕਿ ਚੀਜ਼ ਜ਼ਮੀਨਾਂ ਦਾ ਦਸਵੰਧ ਬਣਿਆ ਚੰਗੇ ਪਾਸੇ ਜਾਵੇ, ਕੋਸ਼ਿਸ਼ ਕਰੀਏ ਆਪਣੇ ਕਿਰਣਾਉਣ ਦੀ। ਦਸਵੰਧ ਕੱਢਣ ਲੱਗ ਪਓ, ਤੁਸੀਂ ਸੋਚੋਗੇ ਗੁਰੂ ਸਾਹਿਬ ਕਿੰਨਾ ਵੱਧ ਦੇਣਗੇ। ਆਂਢ ਗੁਆਂਢ ਵਰਤੇ ਉਹ ਦਸਵੰਧ, ਕਿਸੇ ਗਰੀਬ ਬੱਚੇ ਦੀ ਟਿਊਸ਼ਨ ਦੇ ਦਿੱਤੀ, ਕਿਸੇ ਨੂੰ ਵਿਚਾਰੇ ਨੂੰ ਵਰਦੀ ਲੈ ਦਿੱਤੀ। ਇੱਦਾਂ ਦੇ ਕੰਮਾਂ ਨੇ ਕੌਮ ਦੀ ਚੜ੍ਹਦੀ ਕਲਾ ਨੇ। ਹੁਣ ਮੱਖਣ ਸ਼ਾਹ ਦਸਵੰਧ ਲੈ ਕੇ ਆਉਂਦਾ, ਗੁਰੂ ਸਾਹਿਬ ਦੇ ਸਾਹਮਣੇ ਦੋ ਮੋਹਰਾਂ ਰੱਖਦਾ, ਤੇ ਗੁਰੂ ਸਾਹਿਬ ਹੱਸ ਪੈਂਦੇ। ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ, ਭੋ ਮੱਖਣ ਤੂੰ ਬਹੁਤ ਸਿਆਣੀ। ਮੱਖਣ ਸ਼ਾਹ ਤੂੰ ਬਹੁਤ ਸਿਆਣਾ, ਤੈਨੂੰ ਪਰਖਣਾ ਆਉਂਦਾ। ਸਿੱਖ ਨੂੰ ਪਰਖਣਾ ਆਉਣਾ ਚਾਹੀਦਾ ਸੀ। ਆ ਮੇਰੇ ਸਾਹਮਣੇ ਬੈਠਾ ਕੱਚਾ ਏ ਕਿ ਸੱਚਾ ਏ, ਇਹ ਗੁਰਸਿੱਖ ਹੈ ਕਿ ਮਨਮੁਖ ਹੈ, ਗੁਰਮੁਖ ਹੈ ਕਿ ਮਨਮੁਖ, ਪਰਖਤਾ ਹੋਵੇ। ਭਾਈ ਮੱਖਣ ਸ਼ਾਹ ਪਰਖਦਾ। ਇਹ ਕਹਾਣੀ ਸੁਣਾਵਾਂ ਤੁਹਾਨੂੰ। ਲਗਭਗ 1 ਵਜੇ ਤੱਕ ਮੈਨੂੰ ਟਾਈਮ ਦਿੱਤਾ ਸੀ, ਤੇ ਮੈਨੂੰ ਖਿਮਾ ਕਰਿਓ, ਮੈਂ 1:15 ਵਜੇ ਸਮਾਪਤੀ ਕਰਨੀ। 15 ਮਿੰਟ ਤੁਹਾਡੇ ਮੈਂ ਵੱਧ ਲੈਣੀ, 10 ਮਿੰਟ ਰਹਿ ਗਏ, 10 ਦੇ ਵੀ 9 ਹੀ ਰਹਿ ਗਏ। ਇਹਨਾਂ ਜਿੰਨਾ ਤੁਸੀਂ ਟਿਕੇ ਹੋ ਨਾ, ਸਵਾਦ ਬੜਾ ਆਉਂਦਾ ਸੁਣਾਉਣ ਦੇ ਲਈ। ਹੁਣ ਇਹ ਕਹਾਣੀ ਹੈ ਬੜੀ ਸੋਹਣੀ। ਰਾਜੇ ਦਾ ਦਰਬਾਰ ਲੱਗਾ, ਪੂਰੀ ਖਲਕਤ ਭਰੀ ਹੋਈ ਦਰਬਾਰ 'ਚ। ਨੌਜਵਾਨ ਕੁੜੀ ਆਈ ਇੱਕ, ਖਿਮਾ ਕਰਿਓ ਜਵਾਨ ਤੇ ਚੜਿਆ ਲਫ਼ਜ਼ ਵਰਤ ਰਹੇ, ਪਰ ਕੁੜੀ ਕਹਿਣਾ ਨਹੀਂ ਚਾਹੀਦਾ। ਪੰਜਾਬੀ ਦਾ ਲਫ਼ਜ਼ ਕੁੜੀ ਨਹੀਂ, ਬੱਚੀ ਹੋ ਸਕਦਾ, ਧੀ ਹੋ ਸਕਦਾ, ਬੇਟੀ ਹੋ ਸਕਦਾ, ਕਿਹਦੇ ਲਫ਼ਜ਼ ਨੇ। ਕੁੜੀ ਲਫ਼ਜ਼ ਬਣਿਆ ਕੂੜੇ ਤੋਂ, ਵਾਧੂ ਚੀਜ਼ ਸਿੱਟ ਦੀ ਅਸਲ 'ਚ ਇਹ ਹੈ। ਮੁੰਡਾ ਲਫ਼ਜ਼ ਬਣਿਆ ਮੁੰਡਣ ਤੋਂ, ਜਿਹਦੇ ਟਿੰਡ ਕੱਟੀ ਹੋਵੇ ਨਾ, ਹਿੰਦੂ ਵੀਰ ਮੁੰਡਣ ਕਰਾਉਂਦੇ ਨੇ।
ਜਿਹੜਾ ਮੁੰਨਿਆ ਹੋਵੇ ਉਹਨੂੰ ਮੁੰਡਾ ਕਹਿੰਦੇ, ਜਿਹਦੇ ਪੱਕ ਗਿਆ ਕੇਸ ਆ ਉਹ ਕਹਿੰਦਾ ਮੁੰਡਾ। ਉਹਨੂੰ ਤਾਂ ਸਾਡੇ ਲਫ਼ਜ਼ ਵਿੱਚ ਭੁਚੰਗੀ ਕਹਿੰਦੇ ਨੇ, ਭੁਚੰਗਣ ਕਹਿੰਦੇ ਨੇ। ਇੱਥੇ ਸਾਡੇ ਤਾਂ ਲਫ਼ਜ਼ ਹੀ ਬੜੇ ਕਮਾਲ ਕਮਾਲ ਨੇ। ਏਦਾਂ ਜੁਰਤ ਭਰ ਗਈ। ਹੁਣ ਤਾਂ ਸਾਰਾ ਨੇ ਸਾਡਾ ਰਹਿਣੇ ਕੱਖ ਨਹੀਂ ਦਿੱਤਾ ਨਾ ਕੌਮ ਨੂੰ। ਬਸ ਹੁਣ ਲਫ਼ਜ਼ ਨਹੀਂ ਮੈਂ ਉਦੋਂ ਦਾ ਵਰਤ ਸਕਦਾ ਵੀ ਸਾਡੇ ਪੱਲੇ ਕੀ ਛੱਡਿਆ। ਉਹ ਬੱਚੀ ਆਈ, ਏਦਾਂ ਦਰਵਾਜ਼ੇ ਤੇ ਖੜ ਗਈ, ਸਾਹਮਣੇ ਰਾਜਾ ਬੈਠਾ। ਉਹਨੂੰ ਕਹਿਣ ਲੱਗੀ ਵੀ ਰਾਜਾ, ਮੈਂ ਸੁਣਿਆ ਵੀ ਤੂੰ ਨਾ ਨਿਆਂ ਬਹੁਤ ਸੋਹਣਾ ਕਰਦਾ, ਕਿਸੇ ਨਾਲ ਅਨਿਆਂ ਨਹੀਂ, ਧੱਕਾ ਨਹੀਂ ਕਰਦਾ, ਤੇਰਾ ਨਿਆਂ ਬੜਾ ਕਮਾਲ ਦਾ, ਤੇ ਮੈਂ ਤੇਰੀ ਪਰਖ ਕਰਨੀ ਚਾਹੁੰਦੀ ਆ ਵੀ ਬਸ ਇੱਕ ਮਸਲਾ ਹੱਲ ਕਰ ਦੇ, ਮੈਂ ਸਮਝ ਲਊਂਗੀ ਤੂੰ ਬਹੁਤ ਵਧੀਆ ਬੰਦਾ। ਆ ਮੇਰੇ 2 ਹੱਥਾਂ ਦੇ ਵਿੱਚ ਫੁੱਲਾਂ ਦੇ ਗੁਲਦਸਤੇ ਆ, ਤੇ ਇੱਥੇ ਬੈਠਾ ਦੱਸ ਕਿਹੜੇ ਫੁੱਲ ਚ ਕਿਹੜੇ ਹੱਥ 'ਚ ਅਸਲੀ ਗੁਲਦਸਤਾ ਫੁੱਲਾਂ ਦਾ, ਕਿਹੜੇ 'ਚ ਨਕਲੀ ਫੁੱਲਾਂ ਦਾ ਗੁਲਦਸਤਾ। ਹੁਣ ਦੂਰ ਬੈਠਿਆ ਤਾਂ ਆਪਾਂ ਨੂੰ ਵੀ ਅਸਲੀ ਨਕਲੀ ਦਾ ਫਰਕ ਹੀ ਨਹੀਂ ਲੱਗਣਾ। ਕਈ ਵਾਰੀ ਮਹਾਰਾਜ ਮੂਹਰੇ ਨਕਲੀ ਫੁੱਲ ਲਿਆ ਕੇ ਰੱਖਦੀ ਤੇ ਉਹ ਇੱਦਾਂ ਲੱਗਦਾ ਵੀ ਅਸਲੀ ਹੈ, ਹਨਾ। ਹੁਣ ਆਹ ਦੇਖੋ, ਆਹ ਨਕਲੀ ਪੈ, ਦੂਰੋਂ ਦੇਖਣ ਨੂੰ ਤਾਂ ਅਸਲੀ ਲੱਗਣੀ ਨਹੀਂ। ਇੱਕਦਮ ਰਾਜਾ ਠਕੰਬਰ ਗਿਆ ਚੁੱਪ ਕਰਕੇ। ਥੋੜੇ ਚਿਰ ਬਾਅਦ ਰਾਜਾ ਕਹਿਣ ਲੱਗਾ ਵੀ ਧੀਏ, ਸੱਜੇ ਹੱਥ 'ਚ ਅਸਲੀ ਆ, ਖੱਬੇ 'ਚ ਨਕਲੀ ਆ। ਕੁੜੀ ਵਾਹ ਵਾਹ ਕਰ ਉੱਠੀ, ਕਹਿਣ ਲੱਗੀ ਰਾਜਾ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਅਸਲੀ ਇੱਧਰ ਆ ਤੇ ਨਕਲੀ ਇੱਧਰ ਆ। ਕਹਿਣ ਲੱਗਾ ਧੀਏ ਤੈਨੂੰ ਸੱਚ ਦੱਸਾਂ, ਭੁਲੇਖਾ ਮੈਂ ਨਹੀਂ ਖਾ ਸਕਦਾ ਸੀ, ਧੋਖਾ ਖਾ ਸਕਦਾ ਸੀ, ਪਰ ਜਿਹੜੀ ਸ਼ਹਿਦ ਦੀ ਮੱਖੀ ਆ ਨਾ ਉਹ ਨਹੀਂ ਧੋਖਾ ਖਾਂਦੀ। ਉਹ ਨਕਲੀ ਫੁੱਲਾਂ ਤੇ ਨਹੀਂ ਕਦੇ ਬਹਿੰਦੀ, ਉਹ ਅਸਲੀ ਤੇ ਬਹਿੰਦੀ, ਅਸਲੀ ਤੇ ਬਹਿੰਦੀ ਹੈ। ਸਾਨੂੰ ਵੀ ਬਾਣੀ ਨੂੰ ਇਹ ਸਮਝਾਇਆ। ਮੱਖੀਆਂ 2 ਦੀ ਗੱਲ ਕੀਤੀ ਗਈ। ਇੱਕ ਤਾਂ ਉਹ ਆ ਮੱਖੀ ਚੰਦਨ ਪਰ ਹਰੇ ਜੈ ਬਿਗੰਧ ਤੈ ਜਾਏ, ਮੱਖੀ ਨੂੰ ਚੰਦਨ ਨਾਲ ਕੋਈ ਮਤਲਬ ਨਹੀਂ, ਉਹ ਗੰਧ ਤੇ ਜਾ ਕੇ ਬੈਠੇਗੀ। ਇੱਕ ਮੱਖੀ ਉਹ ਹੈ ਜਿਹਨੂੰ ਬਾਬਾ ਰਵਿਦਾਸ ਕਹਿੰਦਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਬ ਮਖੀਰਾ। ਸ਼ਹਿਦ ਦੀ ਮੱਖੀ ਉਹਨੇ ਫੁੱਲਾਂ ਤੇ ਬਹਿਣਾ, ਗਲਤ ਥਾਂ ਤੇ ਨਹੀਂ ਬਹਿਣਾ। ਪਛਾਣੋ ਤੁਸੀਂ, ਮੱਖਣ ਛਾ ਪਛਾਣਦਾ, ਜਾਣ ਕੇ 2-2 ਬੋਰਾਂ ਰੱਖਦਾ ਵੀ ਲੋਕਾਂ ਨੂੰ ਪਤਾ ਲੱਗ ਸਕੇ। ਜਿੱਦਣ ਗੁਰੂ ਕਹਿੰਦਾ ਭੋ ਮੱਖਣ ਤੁਮ ਬਹੁਤ ਮੱਖਣ ਜਾ, ਤੂੰ ਸਿਆਣਾ ਬੜਾ, ਤੈਨੂੰ ਲੱਭਣਾ ਆਉਂਦਾ। ਤੇ ਮੱਖਣ ਛਾ ਕੋਠੇ ਤੇ ਚੜ ਕੇ ਕਹਿੰਦਾ ਸੀ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਸੱਚਾ ਗੁਰੂ ਲੱਗ ਰਿਹਾ। ਇੱਕ ਹੋਰ ਬੇਨਤੀ ਕਰਾਂ, ਮੱਖਣ ਸ਼ਾਹ ਨੇ ਕਿਹਾ ਉਹ ਅਸਲੀ ਗੁਰੂ ਆ, ਨਕਲੀ ਨੇ ਬਾਕੀ। ਤੇ ਸਾਰੀ ਕੌਮ ਮੰਨ ਗਈ ਵੀ ਮੱਖਣ ਸ਼ਾਹ ਸਿੱਖ ਠੀਕ ਰਹਿੰਦਾ। ਉਦਣ ਸਿੱਖ ਨੇ ਕਿਹਾ ਸੀ, ਅੱਜ ਤੱਕ ਗੁਰੂ ਕਹਿੰਦਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਤੇ ਸਾਨੂੰ ਸ਼ੱਕ ਨਹੀਂ, ਸ਼ਾਇਦ ਬਿਆਸ ਵਿੱਚ ਅਸਲੀ ਬਾਬਾ ਹੈ, ਸ਼ਾਇਦ ਨੂਰ ਮਹਿਲ ਚ ਤਾਂ ਹੋਏਗਾ, ਲੁਧਿਆਣੇ ਬੈਠਾ ਹੋਣਾ ਭੈਣੀ ਦੇ ਵਿੱਚ, ਉੱਥੇ ਦਿੱਲੀ ਹੋਣਾ ਨਿਰੰਕਾਰੀ ਬਣ ਕੇ ਬੈਠਾ। ਪੜ੍ਹਦੇ ਹਾਂ ਗੁਰੂ ਮੰਨ, ਔਰ ਕਹਿ ਕੌਣ ਰਿਹਾ? ਸਿੱਖ ਨਹੀਂ, ਗੁਰੂ ਕਹਿ ਰਿਹਾ। ਗੁਰੂ ਗੋਬਿੰਦ ਸਿੰਘ ਕਹਿ ਰਹੇ ਆਗਿਆ ਭਈ ਅਕਾਲ ਕੀ ਤਮੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਬੇਨਤੀ ਨਹੀਂ। ਮੱਖਣ ਸ਼ਾਹ ਦੇ ਕਹਿਣ ਨੂੰ ਹੁਕਮ ਮੰਨ ਲਿਆ ਸਾਰੀ ਕੌਮ ਨੇ, ਤੇ ਗੁਰੂ ਕਹਿ ਰਿਹਾ ਅਸੀਂ ਕੱਡੇ ਕਿ ਥੱਲੇ ਡਿੱਗ ਪਏ ਆਪਣੇ ਆਪ ਨੂੰ ਸੋਚਣਾ। ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ, ਤੁਸੀਂ ਕਈ ਵਾਰੀ ਕਹੇ, ਅਕਾਲ ਤਖਤ ਸਾਹਿਬ ਦੇ ਬਿਲਕੁਲ ਖੱਬੇ ਪਾਸੇ ਛੋਟਾ ਜਿਹਾ ਗੁਰਦੁਆਰਾ, ਉਹਨੂੰ ਥੜਾ ਸਾਹਿਬ ਕਹਿੰਦੇ ਨੇ। ਮਸੰਦਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਆ ਕੇ ਵੀ ਸਾਨੂੰ ਕਿਹਨੇ ਪੁੱਛਣਾ, ਉਹਨਾਂ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਤੇ। ਗੁਰੂ ਸਾਹਿਬ ਉਹ ਥੜੇ ਤੇ ਕੁਝ ਸਮਾਂ ਬੈਠੇ ਰਹਿ ਗਏ, ਹੋਣਾ ਕਿ ਖੋਲ ਦੇਣ ਤੇ ਹੁਣ ਨਹੀਂ ਖੋਲੇ ਉਹਨਾਂ ਨੇ। ਪ੍ਰਾਤਨ ਗ੍ਰੰਥਾਂ 'ਚ ਇਹ ਲਫ਼ਜ਼ ਲਿਖੇ ਜਿਹਦਾ ਅਰਥਾਂ ਦਾ ਨਰਥ ਕਰ ਦਿੱਤਾ। ਉਹ ਲਫ਼ਜ਼ ਸੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਅੰਤਰ ਅਗਨ ਤ੍ਰਿਸ਼ਨਾ ਤੇ ਸਰੀਏ। ਮਸੰਦ ਦਾ ਅਰਥ ਸੀ ਗੁਰੂ ਘਰ ਦੇ ਪ੍ਰਚਾਰਕ ਨਹੀਂ ਗਏ, ਤੁਸੀਂ ਗੁਰੂ ਘਰ ਦੇ ਪ੍ਰਬੰਧਕ, ਤੁਹਾਡੇ ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਏ। ਜੇ ਗੁਰੂ ਆ ਕੇ ਬਹਿ ਗਿਆ ਚੜਾਵਾ ਇਹਨੂੰ ਚੜਨਾ, ਸਾਨੂੰ ਕਿਹਨੇ ਪੁੱਛਣਾ? ਅੰਦਰ ਤਾਂ ਪੈਸੇ ਦੀ ਅੱਗ ਆ। ਨਹਿ ਮਸੰਦ, ਤੁਸੀਂ ਗੁਰੂ ਘਰ ਦੇ ਨਹੀਂ ਗਏ, ਤੁਮ ਅੰਮ੍ਰਿਤ ਸਰੀਏ। ਦੇਖੋ ਜੀ ਮਹਾਰਾਜ ਨੇ ਸ਼ਰਾਬ ਦਿੱਤਾ, ਅੰਬਰ ਸਰੀਏ ਅੰਦਰ ਸਰੀਏ, ਪਤਾ ਨਹੀਂ ਕਿੱਥੋਂ ਕੱਢਣ ਆ ਰਿਹਾ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਅੰਤਰ ਅਗਨ ਤ੍ਰਿਸ਼ਨਾ, ਤੇ ਤ੍ਰਿਸ਼ਨਾ ਦੀ ਅੱਗ 'ਚ ਮੱਚਦੇ ਹੋ ਵੀ ਸਾਡਾ ਚੜਾਵਾ ਨਾ ਘਟ ਜਾਏ ਯਾਰ ਕਿਤੇ। ਉੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਗਿਆ। ਏਅਰਪੋਰਟ ਨੂੰ ਜਾਂਦਿਆਂ ਤੁਸੀਂ ਦੇਖਿਓ ਨਿਸ਼ਾਨ ਲਿਖਿਆ ਹੈਗਾ ਪਿੰਡ ਬੱਲਾ, ਤੇ ਗੁਰੂ ਸਾਹਿਬ ਉੱਥੇ ਗਏ ਸੀ। ਉੱਥੇ ਮਾਈਆਂ ਆਈਆਂ ਸੀ, ਤੇ ਸਤਿਗੁਰੂ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਬਖਸ਼ਿਸ਼ ਕੀਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਤੱਕ ਜਾਂਦੇ ਨੇ ਟੂਰ ਲਾਉਣ। ਪਟਨਾ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਜਨਮ ਹੁੰਦਾ ਨਾ, ਅੱਗੇ ਅਸਾਮ ਢਾਕੇ ਤੱਕ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ। 5 ਸਾਲ ਉਸ ਇਲਾਕੇ 'ਚ ਪ੍ਰਚਾਰ ਕੀਤਾ। ਕਦੇ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਰਸਤੇ 'ਚ ਖੂਹ ਲਵਾਉਂਦੇ ਜਾਂਦੇ ਨੇ ਜਿੱਥੇ ਜਿੱਥੇ ਪਾਣੀ ਦੀ ਕਿੱਲਤ ਹੈ। ਮੈਂ ਪੜ੍ਹ ਰਿਹਾ ਸੀ ਕੈਥਲ ਦੇ ਨੇੜੇ ਪਿੰਡ ਹੈ ਬਾਰਨਾ,
ਗੁਰੂ ਤੇਗ ਬਹਾਦਰ ਸਾਹਿਬ ਇੱਥੇ ਕਹਿ ਉਹ ਇੱਕ ਬੰਦੇ ਨੇ ਕਿਹਾ ਸਤਿਗੁਰੂ ਸਾਡੇ ਘਰ ਪ੍ਰਸ਼ਾਦਾ ਛਕਿਆ, ਇੱਕ ਤਾਂ ਪਿਆਰ ਨਾਲ ਸਾਡੇ ਘਰ ਰਵਾਇਤ ਸੀ। ਉਹ ਮੈਨੂੰ ਕਈ ਵਾਰ ਦੁੱਖ ਵੀ ਲੱਗਦਾ, ਕਈ ਪ੍ਰਚਾਰਕ ਇਹ ਤਾਂ ਬਾਹਮਣਵਾਦ ਥੋੜ੍ਹਾ ਸੀ। ਸਾਡੇ ਘਰ 'ਚ ਜਦੋਂ ਕਣਕ ਨਵੀਂ ਆਉਂਦੀ ਸੀ ਅਸੀਂ 5 ਸਿੰਘਾਂ ਨੂੰ ਪਹਿਲਾਂ ਛਕਾਉਂਦੇ ਸੀਗੇ। ਸਾਡੇ ਘਰ ਨਵੀਂ ਵਿਆਹੀ ਬੀਬੀ ਆਉਂਦੀ ਸੀ, ਉਹਦੇ ਹੱਥਾਂ ਦਾ ਪ੍ਰਸ਼ਾਦਾ ਅਸੀਂ ਛਕਾਉਂਦੇ ਸੀ 5 ਸਿੰਘਾਂ ਨੂੰ ਵੀ ਅਰਦਾਸ ਕਰਕੇ ਜਾਓ ਸਾਡੇ ਘਰ ਵੀ ਸਿੱਖੀ ਦਾ ਬੂਟਾ ਲੱਗਾ ਰਹੇ। ਇਹ ਮਕਸਦ ਸੀ। ਅਸੀਂ ਉਹਨੂੰ ਹੋਰਾਂ ਨਾਲ ਅਰਥ ਕਰ ਛੱਡੀਏ, ਗੱਲ ਵੱਖਰੀ ਹੈ। ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਮਤਲਬ ਇਹ ਹੁੰਦਾ ਵੀ ਸਾਡੇ ਘਰ ਆਣ ਕੇ ਕੋਈ ਨਿਆਣਿਆਂ ਨੂੰ ਕਦੀ ਗੱਲ ਸਿਖਾ ਕੇ ਜਾਣਗੇ। ਵੱਖਰੀ ਗੱਲ ਹੈ ਵੀ ਸਾਦਾ ਵਾਲਾ ਸਿਸਟਮ ਸ਼ੁਰੂ ਕਰਤਾ ਗਾਂਧੀਆਂ, ਆਪਾਂ ਹੋਰੀ ਕਰਮ ਕਾਂਡ ਦੀਆਂ ਬਣਾ ਛੱਡੇ। ਉਸ ਬੰਦਾ ਕਹਿਣ ਲੱਗਾ ਸਤਿਗੁਰੂ ਸਾਡੇ ਘਰ ਨੀਂਦਾ ਛਕੋ, ਤੇ ਗੁਰੂ ਤੇਗ ਬਹਾਦਰ ਸਾਹਿਬ ਗੱਲ ਕੋਈ ਨਹੀਂ, ਜ਼ਰੂਰ ਛਕਣਗੇ। ਸਿੱਖਾਂ ਨੂੰ ਨਾਲ ਲੈ ਕੇ ਉਹਦੇ ਘਰ ਨੂੰ ਜਾਣਦੇ, ਤੇ ਇੱਕ ਨੇ ਆਣ ਕੇ ਕੰਨ 'ਚ ਫੂਕ ਮਾਰੀ, ਸਤਿਗੁਰੂ ਜਿਹਦੇ ਘਰ ਚੱਲੇ ਹੋ ਨਾ, ਇਹ ਸਾਰਾ ਟੱਬਰ ਤਮਾਕੂ ਪੀਂਦਾ, ਕੈਥਲ ਦੇ ਨੇੜੇ ਪਿੰਡ ਬਾਰਨਾ, ਅੱਜ ਵੀ ਜਾ ਕੇ ਦੇਖ ਲਿਓ। ਸਤਿਗੁਰੂ ਇਹ ਸਾਰਾ ਟੱਬਰ ਤਮਾਕੂ ਪੀਂਦਾ। ਸਤਿਗੁਰੂ ਨੇ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਗਏ, ਉਹਨਾਂ ਨੇ ਥਾਲੀਆਂ ਰੱਖੀਆਂ, ਰੋਟੀਆਂ ਪਾਈਆਂ, ਪ੍ਰਸ਼ਾਦਾ ਪਾਈ। ਸਾਹਿਬ ਕਹਿਣ ਲੱਗੇ ਵੀ ਪ੍ਰਸ਼ਾਦਾ ਪਾਣੀ ਬਾਅਦ 'ਚ, ਪਹਿਲਾਂ ਇੱਕ ਪ੍ਰਣ ਕਰੋ। ਸਤਿਗੁਰੂ ਦੱਸੋ। ਕਹਿਣ ਲੱਗੇ ਅੱਜ ਤੋਂ ਬਾਅਦ ਤਮਾਕੂ ਨਹੀਂ ਵਰਤੂਗਾ। ਹੁਣ ਫਸਿਆ ਬੰਦਾ ਕਹਿ ਹੀ ਦਿੰਦਾ ਚੰਗਾ ਜੀ, ਇੱਦਾਂ ਹੁੰਦਾ ਮੈਂ ਜੇ ਚਲੋ ਉੱਠ ਜਕਾਰਾ ਲਾ, ਅੱਜ ਤੋਂ ਬਾਅਦ ਕੇਸਾਂ ਦੀ ਗੱਲ ਨਹੀਂ ਹੋਣੀ। ਬੋਲੇ ਸੋਲ ਮੁੜ ਕੇ ਫਿਰ ਉੱਥੇ ਮੰਨਣਾ ਨਹੀਂ, ਜਕਾਰਾ ਹੁਣ ਸਾਡੇ 'ਚ ਫਸੇ ਨਹੀਂ, ਲਾਈ ਦੇਣਾ ਅਗਲੇ ਨੇ। ਉਹ ਕਹਿੰਦੇ ਜੀ ਨਹੀਂ ਅਸੀਂ ਨਹੀਂ ਚਲੋ ਪੀਂਦੇ ਅੱਜ ਤੋਂ ਬਾਅਦ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਉਂ ਤੁਹਾਨੂੰ ਚੇਤਾਵਨੀ ਦੇ ਰਿਹਾ, ਅੱਜ ਤੋਂ ਬਾਅਦ ਨਸ਼ਾ ਨਹੀਂ ਵਰਤੋਗੇ, ਤਮਾਕੂ ਨਹੀਂ ਪੀਓਗੇ, ਤੁਹਾਡੇ ਘਰ ਕਦੇ ਵੀ ਕਿਸੇ ਚੀਜ਼ ਦੀ ਕਿੱਲਤ ਨਹੀਂ ਆਏਗੀ, ਕਮੀ ਨਹੀਂ ਆਏਗੀ। ਅੱਜ ਤੋਂ ਬਾਅਦ ਤੁਹਾਡੀ ਗੱਲ ਨਹੀਂ ਕਰਦਾ, ਤੁਹਾਡੀਆਂ ਨਸਲਾਂ 'ਚੋਂ ਵੀ ਕਿਸੇ ਨੇ ਨਸ਼ਾ ਪੀਤਾ ਨਾ, ਤੇ ਹੱਥ 'ਚ ਠੂਠਾ ਲੈ ਕੇ ਲੋਕਾਂ ਦੇ ਘਰ ਮੰਗਦੇ ਫਿਰੋਗੇ, ਅੱਖਾਂ 'ਚ ਗਿੱਧ ਹੋਏਗੀ, ਕੱਪੜੇ ਲੱਗੇ ਪਾਟੇ ਹੋਣਗੇ ਤੁਹਾਡੇ, ਮੰਗਤੇ ਬਣੋਗੇ ਮੰਗਤੇ। ਉਹਨਾਂ ਨਹੀਂ ਪੀਤਾ। ਕਰੀਬ ਗੁਰੂ ਤੇਗ ਬਹਾਦਰ ਸਾਹਿਬ ਤੋਂ 150 ਸਾਲ ਬਾਅਦ ਉਸੇ ਕੈਥਲ ਦੀ ਧਰਤੀ ਦੇ ਉੱਤੇ ਰਾਜੇ ਨੇ ਕਵੀ ਸੰਤੋਖ ਸਿੰਘ ਕੋਲੋਂ ਗ੍ਰੰਥ ਲਿਖਾਇਆ ਸੂਰਜ ਪ੍ਰਕਾਸ਼। ਤੇ ਜਦੋਂ ਕਹਿੰਦਾ ਮੈਂ ਹਿਸਟਰੀ ਲਿਖ ਰਿਹਾ, ਆਹ ਚੈਪਟਰ ਆਇਆ ਨਾ ਪਿੰਡ ਬਾਰਨੇ ਵਾਲਾ, ਤੇ ਮੈਂ ਸੋਚਿਆ ਵੀ 10-12 ਕਿਲੋਮੀਟਰ ਹੀ ਆ, ਦੇਖ ਕੇ ਤਾਂ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ। ਕਹਿੰਦਾ ਮੈਂ ਜਦੋਂ ਉੱਥੇ ਗਿਆ ਨਾ, ਤੇ ਸਤਿਗੁਰੂ ਦੀ ਗੱਲ ਅਟਲ ਸੱਚੀ ਸੀ। ਉਹਨਾਂ ਦੇ ਨਿਆਣੇ ਤਮਾਕੂ ਪੀਣ ਲੱਗ ਪਏ ਸੀਗੇ, ਤੇ ਮੈਂ ਦੇਖਿਆ ਅੱਖਾਂ 'ਚ ਗਿੱਧ, ਪਾਟੇ, ਕੱਪੜੇ, ਤੇ ਠੂਠਾ ਲੈ ਘਰ ਮੰਗਣ ਢੇ। ਗੁਰੂ ਨੇ ਨਸ਼ਿਆਂ ਤੋਂ ਸਾਨੂੰ ਵਰਜਿਆ। ਤੇ ਅੱਜ ਵੀ ਦੇਖ ਲਓ ਸਾਡਾ ਪੰਜਾਬ ਦਾ ਵੱਡੇ ਆਪਣੇ ਆਪ ਨੂੰ ਸਰਦਾਰਾਂ ਦੇ ਪੁੱਤ ਖਵਾਉਣ ਵਾਲੇ ਕਿਵੇਂ ਰਸਤੇ 'ਚ ਗੜਾਸਾ ਰੱਖ ਕੇ ਮਾਈ ਦੀਆਂ ਬਾਲੀਆਂ ਲਾ ਲੈਂਦੇ ਨੇ, ਕਿਸੇ ਕੋਲ ਮੋਬਾਈਲ ਖੋਹ ਕੇ ਲੈ ਜਾਂਦੇ ਨੇ, ਕਿਸੇ ਕੋਲ ਕੁਛ ਕਰ ਦਿੰਦੇ ਨੇ। ਕਾਹਦੇ ਲਈ? ਨਸ਼ਿਆਂ ਦੇ ਲਈ। ਨਸ਼ੇ ਕਲੰਕਤ ਹੋ ਗਏ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਪਰਉਪਕਾਰ ਕੀਤਾ, ਸਾਨੂੰ ਨਸ਼ਿਆਂ ਤੋਂ ਵਰਜਿਆ। ਇੱਕ ਨਹੀਂ ਕਿੰਨੇ ਮੈਂ ਸੋਹਲੇ ਗਾਵਾਂ ਗੁਰੂ ਤੇਗ ਬਹਾਦਰ ਸਾਹਿਬ ਦੇ। ਸਤਿਗੁਰੂ ਦੀ ਵਡਿਆਈ ਵੇਖੋ। ਆਪ ਦਿੱਲੀ ਜਾਣਾ, ਉੱਥੇ ਜਾ ਕੇ ਆਪਣੇ ਧਰਮ ਨੂੰ ਕਦੇ ਵੀ ਦਾਗਦਾਰ ਨਹੀਂ ਹੋਣ ਦੇਣਾ। ਕਰਾਮਾਤ ਦਿਖਾਓ, ਸਤਿਗੁਰੂ ਕਹਿੰਦੇ ਨਾ, ਜ਼ਿੰਮੇਦਾਰੀ ਥੋੜੋ। ਇਸਲਾਮ ਦੇ ਅੰਦਰ ਕਦੇ ਧਿਆਨ ਪੜਿਓ, ਉਹ ਜਿਹਨੂੰ ਵੀ ਦੂਜੇ ਨੂੰ ਫੜਦੇ ਨੇ ਉਹਨੂੰ ਕਹਿੰਦੇ ਵੀ ਕਰਾਮਾਤ ਦਿਖਾਓ। ਮੈਂ ਪੁੱਛਿਆ ਕਿਉਂ? ਗੁਰੂ ਅਰਜਨ ਸਾਹਿਬ ਨੂੰ ਵੀ ਕਹਿੰਦੇ ਸੀ, ਗੁਰੂ ਤੇਗ ਬਹਾਦਰ, ਕਿਉਂਕਿ ਉਹਨਾਂ ਅਨੁਸਾਰ ਜਿਹੜਾ ਬੰਦਾ ਕਰਾਮਾਤੀ ਅਸਲੀ ਪੀਰ ਉਹ ਆ, ਰੱਬ ਦੇ ਨੇੜੇ ਪਹੁੰਚਿਆ ਹੋਇਆ। ਉਹ ਇਸੇ ਲਈ ਕਹਿੰਦੇ ਕਰਾਮਾਤ। ਸਤਿਗੁਰੂ ਕਹਿਣ ਲੱਗੇ ਮਦਾਰੀਆਂ ਦਾ ਕੰਮ ਆ, ਸਾਡਾ ਕੰਮ ਨਹੀਂ ਜਾਦੂਗਰੀਆਂ ਜੀਆਂ। ਸ਼ਹੀਦੀ ਪਾਉਂਦੇ ਗੁਰੂ ਤੇਗ ਬਹਾਦਰ ਸਾਹਿਬ। ਤੇ ਗੁਰੂ ਤੇਗ ਬਹਾਦਰ ਸਾਹਿਬ ਕਮਾਲ ਇਹ ਹੈ, ਸ਼ਖਸੀਅਤ ਦੇਖੋ। ਔਰੰਗਜ਼ੇਬ ਜਿਹੜਾ ਚਾਹੁੰਦਾ ਸੀ ਕੱਲਾ ਦੁਨੀਆ 'ਚ ਇੱਕ ਰਵੇ ਇਸਲਾਮ, ਭਾਰਤ ਦੇ ਨਕਸ਼ੇ ਤੇ ਕੱਲਾ ਇਸਲਾਮ ਰਵੇ, ਤੇ ਗੁਰੂ ਸਾਹਿਬ ਪਹਿਲਾਂ ਕਹਿ ਗਏ ਨਰ ਚਾਹਤ ਕਛ ਔਰੇ ਕੀ ਔਰੇ ਭਈ ਬੰਦਾ ਸੋਚਦਾ ਹੀ ਰਹਿ ਜਾਂਦਾ, ਨਹੀਂ ਉਹ ਹੁੰਦਾ ਹੈਗਾ। ਗੁਰੂ ਤੇਗ ਬਹਾਦਰ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਦਾ ਨਾ ਧੜ ਔਰੰਗਜ਼ੇਬ ਦੇ ਪੱਲੇ ਪਿਆ, ਨਾ ਸੀਸ ਪੱਲੇ ਪਿਆ ਤੇ ਕੱਲਾ ਕਲੰਕ ਪੱਲੇ ਪੈ ਗਿਆ। ਧੜ ਲੱਖੀ ਸ਼ਾਹ ਬਣਜਾਰਾ ਲੈ ਗਿਆ, ਗੁਰੂ ਦੀ ਖਾਤਰ ਘਰ ਨੂੰ ਅੱਗ ਲਾਉਂਦਾ, ਭਾਈ ਚੇਤਾ ਚੁੱਕ ਕੇ ਸੀਸ ਲੈ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਗੋਬਿੰਦ ਰਾਏ ਰੋਂਦੇ ਨਹੀਂ ਗੇ, ਮਾਂ ਗੁਜਰ ਕੌਰ ਰੋਂਦੀ ਨਹੀਂ, ਸੰਸਕਾਰ ਕੀਤਾ ਜਾਂਦਾ, ਅਰਦਾਸ ਕੀਤੀ ਜਾਂਦੀ, ਸੱਚੇ ਪਾਤਸ਼ਾਹ ਜਿਵੇਂ ਤੁਹਾਡੀ ਨਿਭ ਗਈ, ਕਿਰਪਾ ਕਰਿਓ ਸਾਡੀ ਵੀ ਨਿਭ ਜਾਏ। ਇਹ ਅਰਦਾਸ ਆਪਾਂ ਵੀ ਰਲ ਮਿਲ ਕੇ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਅੰਦਰ ਸੱਚੇ ਪਾਤਸ਼ਾਹ ਸਾਡੇ ਤੇ ਵੀ ਰਹਿਮਤ ਕਰੀ, ਸਾਡੀ ਵੀ ਸਿੱਖੀ ਕੇ ਸੰਸਵਾਸਾਂ ਨਾਲ ਨਿਭ ਜਾਏ। ਇਹਦੀਆਂ ਕਿ ਬੇਨਤੀ ਪ੍ਰਵਾਨ ਕਰ ਲੈਣੀਆਂ ਜੀ।